ਧੰਨ ਵਾਹਿਗੁਰੂ ਸਾਹਿਬ ਜੀ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ ਜੈਸੀ ਆਗਿਆ, ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰਖਿਓ ਗ੍ਰਹਿ ਭੀਤਰ, ਊਠ ਉਆਹੂ ਕਉ ਦੋਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਉ, ਸੋ ਮਾਥੇ ਲੈ ਮਾਨਿਓ, ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਵਿੱਚ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ। ਆਓ ਜਿਹੜੀ ਹੁਣ ਸਹਿਜ ਪਾਠ ਅਸੀਂ ਵਿਚਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ, ਉਪਰੰਤ ਫਿਰ ਜਿਹੜੀ ਲੜੀ ਸ਼ੁਰੂ ਕੀਤੀ ਹੈ ਉਹ 94 ਬਾਣੀਆਂ ਦੀ ਕੀਤੀ ਹੈ, ਜਿਹਦੇ ਵਿੱਚ ਆਰੰਭਤਾ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜਪ ਬਾਣੀ ਤੋਂ ਹੀ ਕੀਤੀ ਹੈ। ਸੋ ਇਸ ਬਾਣੀ ਦੀਆਂ 11 ਪੌੜੀਆਂ ਦੀ ਵਿਚਾਰ ਕੱਲ੍ਹ ਤੱਕ ਸੰਪੂਰਨ ਹੋਈ ਸੀ। ਹੁਣ ਅਗਲੀ ਪੌੜੀ ਜਿਹੜੀ 12 ਤੋਂ ਲੈ ਕੇ 15 ਤੱਕ ਮੰਨੈ ਦੀ ਹੈ, ਮੰਨਣ ਵਾਲਿਆਂ ਦੀ। ਜਿਹੜਾ ਮੰਨੇ ਕੋਈ, ਜਿਹੜਾ ਇਸ ਰਸਤੇ 'ਤੇ ਤੁਰੇ। ਔਰ ਇਸ ਪੌੜੀਆਂ ਦੇ ਵਿੱਚ ਸਤਿਗੁਰ ਜੀ 4 ਅਵਸਥਾਵਾਂ ਦੇ ਵਿੱਚ, ਪਹਿਲੀ ਅਵਸਥਾ ਵਾ ਜਿਹਨੇ ਮੰਨ ਕੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਲਿਆ, ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਅਗਲੀ 3 ਪੌੜੀਆਂ ਜੇ ਕੋਈ ਮੰਨ ਲੇ ਤੇ ਕਿਹੜੀਆਂ ਕਿਹੜੀਆਂ ਅਵਸਥਾਵਾਂ, ਕਿਹੜੀਆਂ ਕਿਹੜੀਆਂ ਉਹਨੂੰ ਆਤਮਿਕ ਪਦਵੀ ਦੀਆਂ ਪ੍ਰਾਪਤੀਆਂ ਹੁੰਦੀਆਂ ਨੇ, ਉਹਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ। ਬਖਸ਼ੋ ਅਸੀਸ ਸਾਹਿਬ ਜਿਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿਨੇ ਘਰੇ ਬੈਠੇ ਸਰਵਣ ਕਰ ਰਹੇ ਹੋ, ਦੋਨੋਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਸਿਰ ਝੁਕਾ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਈ ਕਾਨ ਸਿੰਘ ਨਾਭਾ, ਡਾਕਟਰ ਗੁਲਜ਼ਾਰ ਸਿੰਘ ਕੰਗ, ਜਿੰਨੇ ਵੀ ਟੀਕਾਕਾਰ ਨੇ, ਜਿਨ੍ਹਾਂ ਨੇ ਟੀਕੇ ਲਿਖੇ ਨੇ ਮੁੱਖ ਇਸ ਤੋਂ ਅਲੱਗਾ ਵੀ ਬੇਅੰਤ ਟੀਕੇ ਜਪਜੀ ਸਾਹਿਬ ਦੇ ਮੌਜੂਦ ਨੇ। ਸਾਰਿਆਂ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਸੁਣਨ ਦੀ ਪੌੜੀਆਂ ਤੋਂ ਬਾਅਦ ਜਿਹੜੀ ਮੰਨਣ ਦੀ ਅਵਸਥਾ ਹੈ, ਇਹ ਸੁਣਨ ਵਾਲੀ ਅਵਸਥਾ ਤੋਂ ਵੀ ਜ਼ਿਆਦਾ ਉੱਚੀ ਹੈ। ਕਿਉਂਕਿ ਸੁਣ ਕੇ ਕੱਲਾ ਜੀਵਨ ਦੇ ਵਿੱਚ ਧਾਰਿਆ ਹੀ ਨਹੀਂ, ਤੇ ਫਿਰ ਮਹਾਰਾਜ ਕਹਿੰਦੇ ਉਹ ਜੀਵਨ ਅਧੂਰਾ ਹੈ, ਉਸ ਜੀਵਨ ਦੇ ਵਿੱਚ ਟਿਕਾ ਨਹੀਂ ਹੈ। ਸੁਣਨ ਵਾਲੇ ਤੇ ਕਰੋੜਾਂ ਨੇ, ਪਰ ਮਨ ਉਹ ਸੁਣਨਾ ਚਾਹੁੰਦਾ ਜਿਹੜਾ ਮਨ ਨੂੰ ਚੰਗਾ ਲੱਗਦਾ। ਮਨ ਉਹੀ ਸੁਣਦਾ ਜਿਹੜਾ ਆਪਣੇ ਆਪ ਦੀ ਹੋਂਦ ਨੂੰ ਕਦੀ ਖਤਮ ਨਹੀਂ ਹੋਣ ਦਿੰਦੀ, ਅਵਸਥਾ ਭਾਵ ਕਿ ਹਉਮੈ। ਪਰ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਆਪਣੀ ਅਹੰਗ ਨੂੰ ਤਿਆਗ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਨੂੰ ਸੁਣ ਲੇ, ਤੇ ਤਾਂ ਉਹਦੇ ਅੰਦਰ ਇਹ ਇਸ ਤਰ੍ਹਾਂ ਦੀ ਪਰਮ ਅਵਸਥਾ ਘਟਦੀ ਹੈ। ਇਹ ਵਰਤਾਰਾ ਵਰਤਦਾ ਜਿਹਦਾ ਸਤਿਗੁਰੂ ਜੀ ਨੇ ਅੱਜ ਦੀ ਪੌੜੀਆਂ 'ਚ ਜ਼ਿਕਰ ਕੀਤਾ ਹੈ।
ਸੁਣਨ ਦੀ ਅਵਸਥਾ ਜਿਹੜੀ ਸੁਣਿਆ ਅਸੀਂ ਪੜ੍ਹ ਕੇ ਆਏ ਹਾਂ ਕੱਲ੍ਹ, ਇਸ ਤੋਂ ਅਗਲੀ ਅਵਸਥਾ ਹੈ ਮੰਨਣ ਦੀ, ਕਿ ਜਿਹੜਾ ਮੰਨੇ, ਜਿਹੜਾ ਮੰਨ ਲਏ, ਜਿਹੜਾ ਇਸ ਰਸਤੇ 'ਤੇ ਤੁਰੇ। ਪਰ ਗੱਲ ਤਾਂ ਇਹ ਹੈ ਨਾ, ਔਰ ਇਕੱਲੇ ਧਾਰਮਿਕ ਖੇਤਰ ਦੇ ਵਿੱਚ ਨਹੀਂ, ਕਿ ਅਸੀਂ ਇਹ ਨਾ ਕਹੀਏ ਕਿ ਅਧਿਆਤਮਿਕ ਖੇਤਰ ਇਹ ਮੰਨਦਾ ਹੈ ਕਿ ਅਸੀਂ ਸਿਰਫ ਉਹ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਨੂੰ ਚੰਗਾ ਲੱਗਦਾ। ਉਹ ਮਨ ਸੁਣਦਾ ਹੀ ਨਹੀਂ, ਜਿਹੜਾ ਸਾਡੇ ਭਾਵ ਨਾ ਮਨ 'ਤੇ ਨਾ ਤਨ 'ਤੇ ਉਹਨੂੰ ਅਸੀਂ ਲਾਗੂ ਕਰ ਸਕਦੇ ਹਾਂ। ਬਲਕਿ ਵਿਗਿਆਨਿਕ ਤੌਰ 'ਤੇ ਵੀ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਦੀ ਗਿਆਨ ਰੂਪੀ ਇੰਦਰੀਆਂ ਉਹੀ ਕੁਝ ਕਬੂਲ ਕਰਦੀਆਂ ਨੇ, ਭਾਵ ਕਿ 98% ਛੋੜ ਦਿੰਦੀਆਂ ਨੇ, ਅਤੇ ਸਿਰਫ 2% ਉਹੀ ਕਬੂਲ ਕੀਤਾ ਜਾਂਦਾ ਜਿਹੜਾ ਸਾਡੇ ਨਾਲ, ਸਾਡੇ ਤੋਂ, ਸਾਡੇ ਲਈ, ਸਾਡੇ ਵੱਲ ਅਤੇ ਸਾਡੇ ਤਰ੍ਹਾਂ ਦਾ ਹੀ ਹੈ, ਸਾਡੇ ਆਪਣੇ ਆਪੇ ਨੂੰ ਜਿਹੜਾ ਹੋਰ ਮਜ਼ਬੂਤ ਕਰੇ, ਪਰ ਗੁਰੂ ਦੀ ਗੱਲ ਤੋਂ ਪਰਾਂ ਦੀ ਗੱਲ ਕਰੇ। ਇਹਨਾਂ 4 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਐਸੀ ਅਵਸਥਾ ਦਾ ਜ਼ਿਕਰ ਕੀਤਾ ਜਿਹਦੀ ਪੌੜੀ ਜਾਂ ਜਿਹਦੀ ਨੀਂਵ ਸਿੱਖ ਜਗਤ ਤੋਂ ਸ਼ੁਰੂ ਹੁੰਦੀ ਹੈ। ਜਿਹੜਾ ਤਰਕ ਕਰ ਲੇ, ਜਿਹੜਾ ਬੇਲੋੜਾ ਟੁੱਚਰ ਪ੍ਰਸ਼ਨ, ਇਵੇਂ ਕਿਉਂ, ਇਹ ਕਿਉਂ, ਇਹ ਕਿਵੇਂ, ਇਹ ਕਰ ਲੇ, ਉਹ ਫਿਰ ਇਸ ਅਵਸਥਾ ਦਾ ਮਾਲਕ ਨਹੀਂ ਬਣ ਸਕਦਾ। ਔਰ ਇਹ ਕੀਤਾ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਕੀਤਾ। ਔਰ ਭਾਵੇਂ ਅਸੀਂ ਜ਼ਿਕਰ ਕਰੀਏ, ਕਿਉਂਕਿ ਸਤਿਗੁਰੂ ਜੀ ਦੇ ਦੋਨੋਂ ਹੀ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ, ਉਹਨਾਂ ਨੇ ਤਰਕ ਕੀਤਾ, ਮਹਾਰਾਜ ਜੀ ਨੇ ਇਹ ਦਾਤ ਉਹਨਾਂ ਨੂੰ ਨਹੀਂ ਦਿੱਤੀ, ਕਿ ਭਾਵ ਉਹ ਦਾਤ ਝੋਲੀ ਪਵਾ ਹੀ ਨਹੀਂ ਸਕੇ। ਜਿਹਨੇ ਤਰਕ ਨਹੀਂ ਕੀਤਾ, ਜਿਹਨੇ ਕਹਿ ਤਾ, ਪੁੱਛਿਆ ਸਮਾਂ ਕੀ ਹੋਇਆ, ਅਤੇ ਉੱਤਰ ਦਿੱਤਾ ਲਹਿਣਾ ਜੀ ਨੇ ਕਿ ਜਿਹੜਾ ਲੰਘਿਆ ਉਹ ਵੀ ਤੁਹਾਡੇ ਹੁਕਮ 'ਚ, ਜਿਹੜਾ ਲੰਘ ਰਿਹਾ ਉਹ ਵੀ ਤੁਹਾਡੇ ਹੁਕਮ 'ਚ ਹੋਏਗਾ। ਮੈਂ ਕੀ ਦੱਸਾਂ, ਦਿਨ ਹੈ ਕਿ ਰਾਤ ਹੈ, ਲੰਘੀ ਦਿਨ ਵੀ ਤੁਹਾਡੇ ਹੁਕਮ 'ਚ, ਆਉਣ ਵਾਲੀ ਰਾਤ ਵੀ ਹੁਕਮ 'ਚ। ਜਿਹਨੇ ਹੁਕਮ ਨੂੰ ਕਮਾ ਲਿਆ, ਫਿਰ ਇਹਦੇ ਬਾਰੇ ਅੱਗੇ ਫਿਰ ਹੋਰ ਜ਼ਿਕਰ ਕਰਾਂਗੇ। ਅੱਜ ਕਿਉਂ ਸਾਡੀ ਸਿੱਖੀ ਦੇ ਪ੍ਰਤੀ ਭਾਵਨਾ ਘਟ ਗਈ ਹੈ, ਕਿਉਂ ਡਾਵਾਡੋਲ ਹੁੰਦੇ ਫਿਰਦੇ ਹਾਂ ਅਸੀਂ, ਉਹਦਾ ਇਹ ਕਾਰਨ ਹੈ ਕਿ ਇਹਨਾਂ 4 ਪੌੜੀਆਂ ਦੇ ਉੱਤੇ ਅਸੀਂ ਕਦੀ ਵੀ ਮੰਥਨ ਨਹੀਂ ਕੀਤਾ, ਮਨਨ ਨਹੀਂ ਕੀਤਾ, ਮੰਨੇ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਖਾਲਸਾ ਪੰਥ ਤਿਆਰ ਹੀ ਨਹੀਂ ਕਰ ਸਕਦੇ ਜੇ ਉੱਥੇ ਤਰਕ ਆ ਜਾਂਦਾ। ਗੁਰੂ ਸਾਹਿਬ ਨੇ ਸੀਸ ਮੰਗਿਆ, ਪਰ ਤਰਕ ਕਿਸੇ ਨੇ ਨਹੀਂ ਕਿਹਾ ਕਿ ਕਿਉਂ ਲੈਣਾ ਹੈ, ਕਿਸ ਤਰ੍ਹਾਂ ਲੈਣਾ ਹੈ। ਸਿੱਖ ਨੇ ਕਿਹਾ ਕਿ ਸਿੱਖ ਤਾਂ ਸਾਰੀ ਜ਼ਿੰਦਗੀ ਗੁਰੂ ਤੋਂ ਮੰਗਦਾ ਪਿਆ, ਸਾਰੀ ਜ਼ਿੰਦਗੀ ਸਿੱਖ ਮੰਗਦਾ। ਜੇ ਅੱਜ ਗੁਰੂ ਨੇ ਕੁਝ ਮੰਗਿਆ ਤਾਂ ਫਿਰ ਤਰਕ ਕਾਹਦਾ, ਫਿਰ ਸ਼ੱਕ ਕਾਹਦਾ, ਫਿਰ ਪ੍ਰਸ਼ਨ ਕਾਹਦਾ। ਜੇ ਗੁਰੂ ਨੇ ਸੀਸ ਮੰਗਿਆ 1 ਵਾਰੀ ਨਹੀਂ 5 ਵਾਰੀ, ਪਰ ਕੌਤਕ ਐਸਾ ਵਰਤਾਇਆ, ਸੀਸ ਲੈ ਕੇ ਤੇ ਸਭ ਕੁਝ ਦੇਤਾ, ਸਾਰੀ ਤਾਕਤਾਂ ਦੇਤੀਆਂ, ਸਾਰੇ ਅਧਿਕਾਰ ਦੇਤੇ। ਇਹ 4 ਪੌੜੀਆਂ ਅਸਲ ਦੇ ਵਿੱਚ ਸਿੱਖ ਦੇ ਜੀਵਨ ਦੀ ਪਹਿਲੀ ਪੌੜੀ ਸਮਝੋ। ਕਿ ਜਦ ਅੱਜ ਕਿਉਂ ਦੇਖੋ ਤਰਕ ਕਿੱਥੋਂ ਆਇਆ, ਤਰਕ ਅਸਲ ਦੇ ਵਿੱਚ ਵੈਸਟਰਨਾਈਜੇਸ਼ਨ ਵਿੱਚੋਂ ਆਇਆ। ਜਿੰਨੀ ਵੀ ਤੁਸੀਂ ਫਿਲਾਸਫੀ ਪੜ੍ਹੋ, ਭਾਵੇਂ ਤੁਸੀਂ ਸੋਕਰੇਟ ਨੂੰ ਪੜ੍ਹੋ, ਭਾਵੇਂ ਤੁਸੀਂ ਐਲੈਗਜ਼ੈਂਡਰ ਨੂੰ ਪੜ੍ਹੋ, ਇਸ ਤਰ੍ਹਾਂ ਦੀਆਂ ਬੜੀਆਂ ਫਿਲਾਸਫੀਜ਼ ਲਿਖੀਆਂ ਨੇ, ਪਾਇਥਾਗੋਰਸ ਦੀਆਂ ਲਿਖੀਆਂ ਹੋਈਆਂ ਨੇ। ਉਸ ਦੇਸ਼ ਦੇ ਵਿੱਚ ਉਹ ਤਰਕਵਾਦ ਦੇ ਉੱਤੇ ਹੈ, ਹਰ ਚੀਜ਼ ਦਾ ਤਰਕ, ਹਰ ਚੀਜ਼ ਦਾ ਤਰਕ। ਪਰ ਗੁਰਮਤ ਦੇ ਵਿੱਚ ਜਦ ਤਰਕ ਆ ਜਾਏਗਾ, ਅਸੀਂ ਆਪਣੇ ਇਤਿਹਾਸ 'ਤੇ ਸ਼ੰਕਾ ਕਰਾਂਗੇ, ਅਸੀਂ ਗੁਰੂਆਂ ਦੇ ਉੱਤੇ ਸ਼ੰਕਾ ਕਰਾਂਗੇ, ਇੱਥੋਂ ਤੱਕ ਬਾਣੀ ਦੇ ਉੱਤੇ ਵੀ ਅਸੀਂ ਕੁਐਸਚਨ ਮਾਰਕ ਅਤੇ ਇੰਟਰੋਗੇਟਿਵ ਮਾਰਕਸ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਔਰ ਇਹ ਸ਼ੰਕਾ ਗੁਰੂ ਦਾ ਜਾਂ ਧਰਮ ਦਾ ਕੁਝ ਨਹੀਂ ਵਿਗਾੜੇਗੀ, ਪਰ ਸਾਡੇ ਜੀਵਨ ਦਾ ਅਧੂਰਾਪਣ ਉਹ ਅਧੂਰਾ ਹੀ ਰਹਿ ਜਾਏਗਾ, ਉਹ ਪੂਰਨ ਕਦੀ ਨਹੀਂ ਹੋਏਗਾ। ਕਿਉਂਕਿ ਇਸ ਮਾਰਗ ਦਾ ਪਹਿਲਾ ਸੱਚ ਹੈ ਕਿ ਜੋ ਗੁਰੂ ਨੇ ਕਿਹਾ ਉਹ ਸੱਚ ਕਰਕੇ ਮੰਨਣਾ, ਕਿਉਂਕਿ ਗੁਰੂ ਅੰਧੁਲਾ ਨਹੀਂ ਹੈ, ਗੁਰੂ ਕੋਈ ਅਧੂਰਾ ਨਹੀਂ ਹੈ, ਪੂਰਾ ਗੁਰੂ ਹੈ। ਅਤੇ ਪੂਰੇ ਗੁਰੂ ਦੀ ਕਹੀ ਹੋਈ ਗੱਲ ਦੇ ਉੱਤੇ ਕੋਈ ਸ਼ੰਕਾ ਜੇ ਕਰੇਗਾ ਤਾਂ ਆਪਣਾ ਆਪ ਹੀ ਗਵਾਏਗਾ। ਗੁਰੂ ਦੀ ਕੀਤੀ ਗੱਲ ਦੇ ਉੱਤੇ ਕੋਈ ਤਰਕ, ਕੋਈ ਸ਼ੰਕਾ ਗੁਰੂ ਦੇ ਉੱਤੇ ਭਾਵ ਅਸਰ ਨਹੀਂ ਪਾਏਗੀ। ਸੋ ਮਸੰਦਾਂ ਨੇ ਵੀ ਸ਼ੰਕਾ ਕੀਤੀਆਂ, ਪਰ ਉਹ ਪ੍ਰਥਾ ਹੀ ਖਤਮ ਹੋਈ ਸਾਰੀ। ਸੋ ਜੀ ਇਹ ਸਾਰੀਆਂ ਪੌੜੀਆਂ ਦੀ ਵਿਚਾਰ। ਪਹਿਲੀ ਜਿਹੜੀ ਗੱਲ ਹੈ ਜੀ, ਮੰਨੇ ਕੀ ਗਤ ਕਹੀ ਨਾ ਜਾਏ। ਇਹ ਮੰਨੇ ਹੈ ਅਤੇ ਮੰਨੈ ਨਹੀਂ ਹੈ। ਇਹ ਤੇ ਇਹ ਮੁਹਾਰਨੀ ਦਾ ਬਹੁਤ ਧਿਆਨ ਰੱਖਣਾ, ਜਿਵੇਂ ਭਾਈ ਸਾਹਿਬ ਪੜ੍ਹ ਰਹੇ ਨੇ। ਮੰਨੇ ਕੀ ਗਤ ਹੈ, ਜਿਹੜੀ ਪੌੜੀ 12ਵੀਂ ਹੈ, ਉਹਦੀ ਆਰੰਭਤਾ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਮਨਨ ਕਰ ਲੇ, ਜਿਹੜਾ ਮੰਨ ਲੇ, ਅਤੇ ਜਿਹੜਾ ਮੰਨ ਲੇਗਾ ਕੀ ਹੋਏਗਾ, ਕਹਿੰਦੇ ਫਿਰ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰੱਬ ਨੂੰ ਕੌਣ ਬਿਆਨ ਕਰੇਗਾ, ਰੱਬ ਨੂੰ ਕਿਵੇਂ ਬਿਆਨ ਕਰੋਗੇ? ਬਿਆਨ ਤੇ ਪਾਪ ਹੀ ਕੀਤੇ ਜਾ ਸਕਦੇ ਨੇ। ਕਥਾ ਤੇ ਪਾਪਾਂ ਉੱਤੇ ਹੋ ਸਕਦੀ ਹੈ, ਕਥਾ ਵਿਕਾਰਾਂ ਉੱਤੇ ਹੋ ਸਕਦੀ ਹੈ, ਕਥਾ ਬਦਫੈਲੀਆਂ 'ਤੇ ਹੋ ਸਕਦੀ ਹੈ, ਕਥਾ ਅੰਦਰ ਦੀ ਭੈੜੀ ਬਿਰਤੀਆਂ ਦੇ ਵਿਸਥਾਰ 'ਤੇ ਹੋ ਸਕਦੀ ਹੈ। ਵਾਹਿਗੁਰੂ ਦੀ ਕਥਾ ਕੌਣ ਕਰ ਸਕੇਗਾ? ਇਹਨੂੰ ਤੇ ਮਹਾਰਾਜ ਜੀ ਕਹਿੰਦੇ ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਇਹ ਤੇ ਅਕਥ ਹੈ,
ਇਹ ਤੇ ਕਥਿਆਂ ਨਾਲ ਵਾਹਿਗੁਰੂ ਦੀ ਕੀ ਕਥਨ ਕਰਾਂਗੇ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥਨਾ ਕਥਨਾ ਜਾਏ। ਜਿਹੜਾ ਪਹੁੰਚ ਗਿਆ, ਜਿਹਨੇ ਮਨਨ ਕਰ ਲਿਆ, ਜਿਹਨੇ ਸਿਰ ਦੇਤਾ, ਸਤਿਗੁਰ ਆਗੈ ਸੀਸ ਭੇਟ ਦਿਉ, ਜੇ ਸਤਿਗੁਰ ਸੱਚ ਹੈ ਭਾਵੈ, ਫਿਰ ਉਹਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ। ਉਹ ਤੇ ਫਿਰ ਉਹਦਾ ਹੀ ਰੂਪ ਹੋ ਗਿਆ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲੱਖ ਕਰੋੜੀ। ਉਹ ਤੇ ਫਿਰ ਉਸ ਪਰਮ ਅਵਸਥਾ ਤੇ ਪਹੁੰਚ ਗਏ, ਜਿਸ ਅਵਸਥਾ ਤੇ ਸਿੱਖ ਕਹਿੰਦਾ ਹਮ ਰਾਖਤ ਪਾਤਸ਼ਾਹੀ ਦਾਵਾ, ਜਿਸ ਅਵਸਥਾ ਤੇ ਸਿੱਖ ਕਹਿੰਦਾ ਖਾਲਸਾ ਖੁਦ ਖੁਦਾ, ਜਿਸ ਅਵਸਥਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਗੁਰੂ ਖਾਲਸਾ ਖਾਲਸਾ ਗੁਰੂ ਕੀਨੋ ਮੈਂ ਅਬ ਜੈਸੇ ਨਾਨਕ ਅੰਗਦ ਕੋ ਕੀਨ। ਸ਼ੰਕ ਨਾ ਕਰੀਜੀਏ ਸਾਵਧਾਨ ਕਿ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਇੱਕ ਕਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਖਾਲਸਾ ਮੇਰੂ ਮੁਖ ਹੈ ਅੰਗਾ, ਮੁੱਖ ਰੂਪ ਕਰ ਦਿੱਤਾ। ਉਹਦੀ ਅਵਸਥਾ ਨੂੰ ਕੀ ਬਿਆਨ ਕਰਾਂਗੇ ਅਸੀਂ। ਮੰਨੇ ਕੀ ਗਤ ਕਹੀ ਨਾ ਜਾਏ, ਜਿਹਨੇ ਮਨਨ ਕਰ ਲਿਆ, ਮੰਨ ਲਿਆ, ਗੁਰੂ ਦੇ ਹੁਕਮ ਨੂੰ ਸੁਣਨ ਤੋਂ ਬਾਅਦ ਮੰਨ ਲਿਆ, ਉਹਦੀ ਗਤ ਤੇ ਰਹਿੰਦੀ ਨਹੀਂ, ਉਹ ਤੇ ਅਗਾਤੀ ਹੋ ਗਈ। ਉਹ ਤੇ ਕਥਾ ਰਹਿੰਦੀ ਨਹੀਂ, ਉਹ ਤੇ ਕਥੀ ਹੋ ਗਈ। ਜੇ ਕੋ ਕਹੈ ਪਿਛੈ ਪਛਤਾਏ, ਸਾਡੇ ਵਰਗੇ ਗਿਆਨੀ ਕਹਿਣਗੇ, ਕਹਿਣ ਤੋਂ ਬਾਅਦ ਪਛਤਾਉਣਗੇ ਕਿ ਇਹ ਕਹਿਣਾ ਸੀ, ਇਹ ਨਹੀਂ ਸੀ ਕਹਿਣਾ। ਜੋ ਕਹਿਣਾ ਚਾਹੁੰਦੇ ਸੀ ਉਹ ਕਹਿ ਨਹੀਂ ਸਕੇ, ਜੋ ਨਹੀਂ ਸੀ ਕਹਿਣਾ ਚਾਹੁੰਦੇ ਅੱਗੇ ਲੋਕਾਂ ਨੇ ਉਹ ਸਮਝ ਲਿਆ। ਇਹੀ ਹੁੰਦਾ ਹੈ। ਇਹ ਭੁਲੇਖੇ ਪੈਦਾ ਹੋਣਗੇ ਜਦ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਅਵਸਥਾ ਨੂੰ ਜਾਣਨ ਵਾਲਿਆਂ ਦੀ ਕਥਾ ਕਰਾਂਗੇ, ਕਿਉਂਕਿ ਉਹ ਤੇ ਮਾਣਿਆ ਜਾ ਸਕਦਾ, ਉਹ ਆਖਿਆ ਨਹੀਂ ਜਾ ਸਕਦਾ। ਇਹ ਤੇ ਸੱਚੀ ਮੁੱਚੀ ਗੁੰਗੇ ਕੀ ਮਠਿਆਈ ਹੈ, ਹਰ ਗੁਣ ਕਹਤੇ ਕਹਿਣ ਨਾ ਜਾਈ ਦੀ ਅਵਸਥਾ ਹੈ। ਇਹਨੂੰ ਮਹਾਰਾਜ ਜੀ ਕਹਿੰਦੇ ਜੇ ਕੋ ਕਹੈ ਪਿੱਛੇ, ਪਿੱਛੇ ਨਹੀਂ ਪੜਨਾ, ਪਿੱਛੇ ਪਛੁਤਾਏ, ਛੱਛੇ ਪਛਤਾਏ ਨਹੀਂ ਪੜਨਾ, ਪਛੁਤਾਏ। ਥੋੜਾ ਜਿਹਾ ਇੰਫੈਸਿਸ ਸਟ੍ਰੈਸ ਦੇਣਾ ਛੱਛੇ ਤੇ ਔਂਕੜ ਹੈ। ਜੇ ਕੋ ਕਹੈ ਪਿੱਛੇ ਪਛਤਾਏ, ਜੇ ਕੋਈ ਬਿਆਨ ਵੀ ਕਰੇਗਾ ਮਨਨ ਕਰਨ ਵਾਲੇ ਪਿਆਰਿਆਂ ਦੀ ਅਵਸਥਾ ਨੂੰ, ਉਹ ਕਹਿ ਕੇ ਪਛਤਾਏਗਾ, ਕਿਉਂਕਿ ਅਦਬੁੱਧ ਪਰਮਦ ਬੁੱਧ ਬਿਸਮੈ ਬਿਸਮ ਅਸਚਰਜ ਹੈ। ਅਸਚਰਜ ਅਤ ਹੈ, ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਸਾਰੇ ਸਮੁੰਦਰ ਦੀ ਸ਼ਾਹੀ ਬਣਾ ਲਓ, ਸਾਰੇ ਰੁੱਖਾਂ ਦੀਆਂ ਕਲਮਾਂ ਤੇ ਕਾਗਜ਼ ਬਣਾ ਕੇ ਤੇ ਕਲਮਾਂ ਘੜ ਲਓ, ਤੇ ਕੋਈ ਐਸੇ ਲਿਖਾਰੀ ਬੁਲਾ ਲਓ ਜਿਹੜੇ ਬਹੁਤ ਫੁਰਤੀ ਹਵਾ ਦੀ ਰਫਤਾਰ ਦੇ ਨਾਲ ਵੀ ਲਿਖਣ ਵਾਲੇ ਨੇ। ਨਾਨਕ ਕਾਗਦ ਲਖਮਣਾ ਪੜ ਕੀਚੈ ਭਾਓ, ਮੱਸੂ ਕਹਿੰਦੇ ਸ਼ਾਹੀ ਨੂੰ, ਮੱਸੂ ਤੋਟ ਨਾ ਆਵੀ ਲੇਖਣ ਪੌਣ ਚਲਾਓ। ਤੇ ਉਹਨਾਂ ਦੀ ਲੇਖਣੀ ਵੀ ਹਵਾ ਨਾਲ ਗੱਲਾਂ ਕਰਨ ਵਾਲੀ ਹੋਏ। ਜੇ ਇਹ ਵੀ ਕਰਨ ਵਾਲੇ ਹੋ ਜਾਣ ਤਾਂ ਵੀ ਮਹਾਰਾਜ ਕਹਿੰਦੇ ਐਸਾ ਨਾਮ ਨਿਰਅੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਅਸੀਂ ਇਹ ਪੜ੍ਹਨ ਵਾਲੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਦੇ ਵਿੱਚ ਵੀ ਇਹ ਕਿਹਾ ਕਿ ਨਾਨਕ ਕਾਗਦ ਲਖਮਣਾ ਪੜ ਕੀਚੈ ਭਾਓ, ਮੱਸੂ ਤੋਟ ਨਾ ਆਵੀ ਲੇਖਣ ਪੌਣ ਚਲਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਓ। ਨਾ ਨਾਮ ਦੀ ਕੀਮਤ ਹੈ ਤੇ ਨਾ ਨਾਮ ਜਪਣ ਵਾਲੇ ਦੀ ਕੀਮਤ ਹੈ। ਚਾਰ ਸਦਾ ਹੀ ਚੀਜ਼ਾਂ ਰਹਿਣਗੀਆਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਮ ਰਹਿਓ, ਸਾਧੂ ਰਹਿਓ ਗੁਰ ਗੋਬਿੰਦ। ਇਹ ਚਾਰ ਕਦੀ ਖਤਮ ਨਹੀਂ ਹੋ ਸਕਦੇ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿੱਥੇ ਕਿਨ ਲਫ਼ਜ਼ ਆ ਗਿਆ ਉਹਦਾ ਮਤਲਬ ਹੈ ਕੋਈ ਵਿਰਲਾ। ਮਹਾਰਾਜ ਕਹਿੰਦੇ ਜੇ ਕੋਈ ਵਿਰਲਾ ਇਸ ਧਰਤੀ ਤੇ ਪ੍ਰਾਪਤ ਕਰਦਾ ਮਨਨ ਦੀ ਅਵਸਥਾ ਨੂੰ, ਕਾਗਦ ਕਲਮ ਨਾਲ ਲਿਖਣ ਹਾਰ, ਬੋਲਣਾ ਤੇ ਇੱਕ ਪਾਸੇ ਕੋਈ ਕਾਗਜ਼ ਲੈ ਕੇ ਕਲਮਾਂ ਲੈ ਕੇ ਲਿਖਣ ਲੱਗੇ, ਲਿਖਣ ਹਾਰ ਲਿਖਾਰੀ ਵੀ। ਮਹਾਰਾਜ ਕਹਿੰਦੇ ਫਿਰ ਲਿਖ ਕੇ ਵੀ ਥੱਕ ਜਾਏਗਾ। ਫਿਰ ਉਹ ਕਹੇ ਨਹੀਂ ਮੈਂ ਵਿਦਵਾਨਾਂ ਦੀ ਸਭਾ ਵਿੱਚ ਬੈਠ ਕੇ ਵਿਚਾਰ ਕਰਾਂ, ਫਿਰ ਮੈਂ ਦੱਸਾਂ ਉਹ ਕਿਵੇਂ ਦਾ। ਮੰਨੇ ਕਾ ਬਹਿ ਕਰਨ ਵਿਚਾਰ। ਕਹਿੰਦੇ ਮੰਨੇ ਕਾ ਕਿ ਜਿੰਨੇ ਮਨਨ ਕਰ ਲਿਆ ਉਹਦੇ ਬਾਰੇ ਬੈਠ ਕੇ ਅਸੀਂ ਵਿਚਾਰ ਵੀ ਕਰ ਲਈਏ ਕਿ ਨਹੀਂ ਜੀ ਐਵੇਂ ਨਹੀਂ ਹੈ, ਇਵੇਂ ਹੈ। ਜਿਹਨੇ ਆਪਣਾ ਆਪ ਕਿ ਹਮਰੀ ਜਾਤ ਪਾਤ ਗੁਰ ਸਤਗੁਰ, ਜਿਹਨੇ ਇਹ ਸਾਰਾ ਕੁਝ ਕਰ ਦਿੱਤਾ ਹੈ। ਹਮ ਵੇਚਿਓ ਗੁਰ ਸਿਰ ਕੇ, ਹਮ ਵੇਚਿਓ ਸਿਰ ਗੁਰ ਕੈ। ਜਿਹਨੇ ਆਪਣਾ ਸਿਰ ਗੁਰੂ ਨੂੰ ਵੇਚ ਦਿੱਤਾ ਹੈ, ਉਹਦੇ ਬਾਰੇ ਕੀ ਆਖੀਏ। ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਰਹਾਈ, ਕਹਿਣ ਨਾ ਜਾਈ ਤੇਰੀ, ਤਾਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ। ਨਰਿੰਜਨ ਨਹੀਂ ਪੜ੍ਹਨਾ। ਬੜੇ ਵਾਰੀ ਸੁਣਨ ਨੂੰ ਮਿਲਦਾ ਹੈ, ਸਿਹਾਰੀ ਰਾਰੇ ਨੂੰ ਲਾ ਕੇ ਪੜ੍ਹ ਲਈ ਜਾਂਦੀ ਹੈ ਨਰਿੰਜਨ ਹੋਏ। ਨਿਰੰਜਨ ਨੰਨੇ ਨੂੰ ਸਿਹਾਰੀ ਹੈ ਤੇ ਨੰਨੇ ਨੂੰ ਸਿਹਾਰੀ ਪੜ੍ਹਨੀ ਹੈ। ਇਹ ਜਿਹੜੇ ਉਚਾਰਨ ਅਸੀਂ ਸੁਣਦੇ ਹਾਂ ਉਹਨਾਂ ਉਚਾਰਨਾਂ 'ਤੇ ਹੀ ਵਿਚਾਰ ਕਰਕੇ ਫਿਰ ਕਥਾ ਵੱਲ, ਕਿਉਂਕਿ ਭਾਈ ਸਾਹਿਬ ਨਾਲ ਵੀ ਵਿਚਾਰ ਹੁੰਦੀ ਹੈ, ਹੋਰ ਗੁਰਮੁਖ ਪਿਆਰਿਆਂ ਨਾਲ ਵੀ।
ਇਹਨੂੰ ਨਰਿੰਜਨ ਪੜ੍ਹਦਿਆਂ ਸੀ ਬਹੁਤ ਜ਼ਿਆਦਾ, ਪਰ ਪੜ੍ਹਨਾ ਨਿਰੰਜਨ। ਨਿਰੰਜਨ ਤੋਂ ਬਣਿਆ ਇਹ, ਅਕਾਲਖ ਤੋਂ ਬਿਨਾ। ਐਸਾ ਨਾਮ ਨਿਰੰਜਨ ਹੋਏ, ਨਾਮ ਐਸਾ ਕਾਲਖ ਤੋਂ ਬਿਨਾ। ਪਰ ਇਹਦੇ ਬਾਰੇ ਕੌਣ ਬਿਆਨ ਕਰੇਗਾ? ਜਿਹੜਾ ਕਾਲਖ ਤੋਂ ਨਿਰਲੇਪ ਹੋਏਗਾ ਉਹੀ ਬਿਆਨ ਕਰ ਸਕਦਾ। ਮੇਰੇ ਵਰਗਾ ਕਾਲਖ ਦੇ ਵਿੱਚ ਲਿਬੜਿਆ ਹੋਇਆ ਮਾਇਆ ਦੀ, ਉਹ ਬਿਆਨ ਨਹੀਂ ਕਰ ਸਕਦਾ। ਫੋਕੀਆਂ ਕਹਾਣੀਆਂ ਕੀਤੀਆਂ ਜਾ ਸਕਦੀਆਂ, ਰੌਲਾ ਪਾਇਆ ਜਾ ਸਕਦਾ, ਪਰ ਮਹਾਰਾਜ ਕਹਿੰਦੇ ਕਾਹੇ ਰੇ ਬਖਬਾਦ ਲਗਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਇਸ ਕਰਕੇ ਜੇ ਕੋ ਮਨ ਜਾਣੈ ਮਨ ਕੋਏ, ਦੋਨੋਂ ਮਨ ਦੇ ਉਚਾਰਨਾਂ ਦੇ ਵਿੱਚ ਫਰਕ ਹੈ। ਇੱਕ ਮਨ ਦੇ ਉੱਤੇ ਟਿੱਪੀ ਪਈ ਹੋਈ ਹੈ, ਇੱਕ ਮਨ ਮੁਕਤਾ ਹੈ, ਬਿਨਾਂ ਟਿੱਪੀ ਤੋਂ ਹੈ। ਮਨ ਐਮਫੈਸਿਸ ਦੇ ਕੇ ਪੜ੍ਹਨਾ। ਜੇ ਕੋ ਮਨ ਜਾਣੈ ਮਨ ਕੋਏ, ਕੋਈ ਮਨ ਕਰਕੇ ਸਮਝ ਲੇ, ਕੋਈ ਮਨਨ ਕਰ ਲੇ, ਉਹੀ ਜਾਣ ਸਕਦਾ। ਜਿਹਨੇ ਮਨਨ ਨਹੀਂ ਕੀਤਾ ਉਹ ਤੇ ਫੂਕੀਆਂ ਗੱਲਾਂ ਹੀ ਬੋਲੇਗਾ। ਸੱਚ ਤੇ ਇਹ ਹੈ ਕਿ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਜਿਹੜਾ ਇਹਨੂੰ ਮੰਨੇਗਾ ਉਹੀ ਨਿਰੰਜਨ ਨੂੰ ਬਿਆਨ ਕਰੇਗਾ। ਇਸ ਤੋਂ ਬਿਨਾ ਮੇਰੇ ਵਰਗੇ ਸਭ ਅੰਜਨ ਨੂੰ ਹੀ ਬਿਆਨ ਕਰਨਗੇ, ਨਿਰੰਜਨ ਦੀ ਕਥਾ ਨਹੀਂ ਹੋ ਸਕਦੀ ਜੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਧ। ਹੁਣ ਉਚਾਰਨ ਦਾ ਫਰਕ ਪੈ ਗਿਆ ਜੀ, ਪਰ ਇਹ ਤੇ ਐ ਦੇ ਨਾਲ ਜੇ ਅਸੀਂ ਇਹਨੂੰ ਥੋੜ੍ਹਾ ਜਿਹਾ ਗ੍ਰਾਮੈਟੀਕਲੀ ਦੇਖੀਏ, ਥੋੜ੍ਹਾ ਜਿਹਾ ਅਸੀਂ, ਤੇ ਜਿੱਥੇ ਜਿੱਥੇ ਸੰਕੇਤਕ ਕੀ ਕੇ ਲੱਗਿਆ ਹੋਇਆ, ਕਾ ਲੱਗਿਆ ਹੋਇਆ, ਉੱਥੇ ਇਹ ਆਇਆ ਮੰਨੇ। ਤੇ ਜਿੱਥੇ ਸੰਕੇਤਕ ਕਾ ਕੀ ਕੇ ਹਟ ਗਿਆ ਤੇ ਉੱਥੇ ਮੰਨੈ ਹੋ ਗਿਆ। ਇਹ ਵੀ ਇੱਕ ਸੰਕੇਤਕ ਦਾ ਅਰਥ ਹੈ। ਪਿੱਛੇ ਅਸੀਂ ਮੰਨੇ ਕੀ ਗਤ ਪੜ੍ਹ ਕੇ ਆਏ ਹਾਂ, ਉੱਥੇ ਇਹ ਹੈ। ਮੰਨੇ ਕਾ ਬਹਿ ਕਰਨ ਵਿਚਾਰ ਹੈ, ਉੱਥੇ ਵੀ ਇਹ ਹੈ, ਪਰ ਇੱਥੇ ਸੰਕੇਤਕ ਹਟ ਗਿਆ, ਇਸ ਕਰਕੇ ਮੰਨਿਆ ਹੋਇਆ। ਪਹਿਲਾ ਇਹਦਾ ਰੂਲ ਇਹ ਹੈ ਕਿ ਸੰਕੇਤਕ ਹਟਣ ਕਰਕੇ ਵੀ ਮੰਨਿਆ ਹੋਇਆ, ਪਰ ਦੂਸਰਾ ਸਿੱਧਾ ਜਿਹਾ ਸਪਸ਼ਟ ਅਰਥ ਇਹ ਬਣਦਾ ਕਿ ਜਿਸ ਤਰ੍ਹਾਂ ਅਸੀਂ ਸੁਣਿਆ ਪੜ੍ਹ ਕੇ ਆਏ ਨਾ, ਸੁਣਿਆ ਨਹੀਂ ਪੜ੍ਹਿਆ, ਸੁਣਿਆ। ਅਸਲ ਲਫ਼ਜ਼ ਇਹ ਮੰਨਿਆ ਹੀ ਸੀ, ਇਹ ਸ਼ੁਰੂਆਤ ਮੰਨਿਆ ਤੋਂ ਹੀ ਹੋਈ ਹੈ, ਪਰ ਗੁਰੂ ਨਾਨਕ ਸਾਹਿਬ ਨੇ ਮੰਨਿਆ ਦਾ ਰੂਪ ਮੰਨਿਆ ਰੱਖ ਦਿੱਤਾ। ਅਰਥ ਦੋਨੋਂ ਇੱਕੋ ਹੀ ਨੇ, ਲਿਖਤੀ ਰੂਪ ਵੀ ਮੰਨਿਆ ਹੈ, ਪਰ ਅਸਲ ਦੇ ਵਿੱਚ ਅਰਥ ਇਹਦੇ ਸੁਣਿਆ ਤੇ ਮੰਨਿਆ ਵਾਲੇ ਹੈ। ਜੇ ਕੋਈ ਸੁਣ ਲਏ ਤੇ ਪੜ੍ਹ ਕੇ ਆਏ ਸਾਂ ਸਿੱਧ ਪੀਰ ਸੁਰਨਾਥ, ਜੇ ਕੋਈ ਸੁਣ ਲਏ ਤੇ ਉਹਦੇ ਅੰਦਰ ਸਤ ਸੰਤੋਖ ਗਿਆਨ ਟਿਕਦਾ। ਇਸੇ ਤਰ੍ਹਾਂ ਜੇ ਕੋਈ ਮੰਨ ਲਏ, ਮੰਨੈ, ਇਹ ਅੱਗੇ ਮੰਨੇ ਸੀ, ਹੁਣ 13ਵੀਂ ਪੌੜੀ 'ਚ ਮੰਨੈ ਸੁਰਤ ਹੋਵੈ ਮਨ ਬੁੱਧ। ਖੂਬਸੂਰਤੀ ਇਹ ਹੈ ਕਿ ਹੁਣੇ ਸਚਿਆਰੇ ਬਾਰੇ ਸ਼ੁਰੂਆਤ 'ਚ ਪੜ੍ਹਿਆ ਸੀ, ਕਿਵ ਸਚਿਆਰਾ ਹੋਈ ਹੈ। ਫਿਰ ਸਚਿਆਰੇ ਦਾ ਅਰਥ ਕੀਤਾ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ, ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਤੇ ਹੁਣ ਕੱਲੀ ਸਚਿਆਰ ਦੀ ਗੱਲ ਮੁੱਕ ਗਈ? ਨਹੀਂ, ਸਚਿਆਰ ਦੀ ਗੱਲ ਅੱਗੇ ਵੀ ਪੜ੍ਹੋਗੇ ਤੁਸੀਂ ਪੰਜ ਪ੍ਰਵਾਨ ਵਾਲੀ ਪੌੜੀ ਦੇ ਵਿੱਚ ਕਿ ਸਚਿਆਰਤਾ ਦੀ ਅਵਸਥਾ ਕਿੱਥੋਂ ਮਿਲਦੀ ਹੈ। ਖੈਰ ਮੈਂ ਉਹਨੂੰ ਦਾ ਜ਼ਿਕਰ ਨਹੀਂ ਕਰਾਂਗਾ, ਉਹ ਕੱਲ੍ਹ ਪੜ੍ਹਾਂਗੇ। ਜਿਸ ਤਰ੍ਹਾਂ ਇਹ ਸਚਿਆਰ ਪੂਰੇ ਜਪ ਬਾਣੀ ਦਾ ਆਧਾਰ ਹੈ ਨਾ ਸਚਿਆਰ ਹੋਣ ਦਾ, ਇਸ ਤਰ੍ਹਾਂ ਜਪ ਬਾਣੀ ਦੀ ਇੱਕ ਪੌੜੀ ਕਿਸੇ ਨਾ ਕਿਸੇ ਪੌੜੀ ਨਾਲ ਜੁੜੀ ਹੋਈ ਹੈ। 5ਵੀਂ ਪੌੜੀ ਹੋ ਸਕਦਾ 15ਵੀਂ ਨਾਲ ਜੁੜ ਪਏ। ਇਹ ਜੇ 13ਵੀਂ ਪੌੜੀ ਪੜ੍ਹ ਰਹੇ ਹਾਂ, ਇਹ ਹੋ ਸਕਦਾ ਕਿ 23ਵੀਂ ਪੌੜੀ ਨਾਲ ਜੁੜੀ ਹੋਏ, ਔਰ ਇਹ ਜੁੜੀ ਹੋਈ ਹੈ। ਇੱਥੇ ਸੁਰਤ ਮਨ ਤੇ ਬੁੱਧ ਦੀ ਗੱਲ ਕਰ ਰਹੇ ਹਾਂ। ਅੱਗੇ ਜਾ ਕੇ ਜਦ ਖੰਡਾਂ ਤੇ ਪਹੁੰਚਾਂਗੇ ਉੱਥੇ ਪੜ੍ਹਾਂਗੇ ਤਿੱਥੈ ਘੜੀਐ ਸੁਰਤ ਮਨ ਮਤ ਮਨ ਬੁੱਧ, ਇਹ ਪੜ੍ਹਾਂਗੇ ਚਾਰ ਚੀਜ਼ਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਪਰ ਇੱਥੇ ਗੁਰੂ ਸਾਹਿਬ ਸ਼ੁਰੂਆਤ ਕਰ ਰਹੇ ਨੇ ਕਿ ਮੰਨਣ ਵਾਲਾ ਇੱਕ ਤੇ ਉਹ ਹੈ ਜਿਹੜਾ ਆਪਣੇ ਜੀਵਨ ਵਿੱਚ ਯਤਨ ਕਰੀ ਜਾ ਰਿਹਾ, ਮੈਂ ਇਹ ਵੀ ਸਿੱਖ ਲਾਂ, ਮੈਂ ਇਹ ਵੀ ਪ੍ਰਾਪਤ ਕਰ ਲਾਂ, ਮੈਂ ਇਹ ਵੀ ਸਾਧਨਾ ਕਰ ਲਾਂ, ਮੈਂ ਇਹ ਵੀ ਤਪ ਕਰ ਲਾਂ। ਬਸ ਸਿੱਧੀ ਜੀ ਗੱਲ ਹੈ ਮੰਨ ਲੈਣੀ। ਜੇ ਕੋਈ ਮੰਨ ਲਏ, ਮੰਨਣਾ ਬੜਾ ਔਖਾ ਹੈ, ਮੰਨਣਾ ਬਹੁਤ ਔਖਾ ਹੈ। ਇਹ ਤਾਂ ਸੁਣਨ ਨਾਲ ਥੋੜ੍ਹੀ ਹੁੰਦਾ। ਮਹਾਰਾਜ ਕਹਿੰਦੇ ਅਸੀਂ ਸਾਰੇ ਬਹਿਰੇ ਹਾਂ, ਸੱਚੀ ਗੱਲ ਹੈ। ਬਹਿਰੇ ਹਾਂ ਇਸ ਕਰਕੇ ਨਹੀਂ ਮੰਨਿਆ। ਜੇ ਬਹਿਰੇ ਨਹੀਂ ਹੁੰਦੇ ਤਾਂ ਸੁਣ ਕੇ ਫਿਰ ਮੰਨਦੇ ਵੀ, ਅੰਦਰ ਚੀਜ਼ ਗਈ ਨਹੀਂ ਤਾਂ ਮੰਨਾਂਗੇ ਕਿਵੇਂ? ਇਹ ਤਾਂ ਬਹੁਤ ਇਹ ਘਟਨਾ ਘਟਤ ਹੁੰਦੀ ਹੈ ਹਰ ਇੱਕ ਦੇ ਜੀਵਨ ਦੇ ਵਿੱਚ, ਹਰ ਇੱਕ ਦੇ ਜੀਵਨ ਵਿੱਚ। ਮੰਨੈ ਸੁਰਤ ਹੋਵੈ ਮਨ ਬੁੱਧ। ਸੁਰਤ ਮਹਾਰਾਜ ਕਹਿੰਦੇ ਜਿਹੜਾ ਮੰਨ ਲਏਗਾ ਨਾ ਉਹਦੀ ਸੁਰਤ ਇੱਕੋ ਜਿਹੀ ਟਿਕਾ ਵਾਲੀ ਹੋ ਜਾਏਗੀ, ਇੱਕੋ ਜਿਹੀ ਟਿਕਾ ਵਾਲੀ। ਇੱਕ ਬੰਗਾਲੀ ਮੁੱਲਾ ਸੀ, ਉਹਨੂੰ ਸਮੇਂ ਦੇ ਬਾਦਸ਼ਾਹ ਨੇ ਕਿਹਾ ਤੈਨੂੰ ਬਹੁਤ ਮੈਂ ਚੰਗਾ ਭਾਵ ਤੇਰੇ 'ਤੇ ਖੁਸ਼ ਹੋਇਆ, ਮੈਂ
तेरे कारजां करके, तू समाजिक कारज कीते ने, फलाणे दिन आई मैं तेनों इनाम देवांगा, तेरे लिए मैं भोज रखिया। ਹੁਣ ਉਹਨੂੰ ਪਿੰਡ ਦੇ ਲੋਕ ਬੰਗਾਲੀ ਸੀ, ਉਹਨੇ ਟੱਠਾ ਜਿਹਾ ਕੁਰਤਾ ਪਾਣਾ, ਥੱਲੇ ਲੁੰਗੀ ਬੰਨ੍ਹਣੀ, ਉਹੀ ਮੈਲਾ ਕੁਚੈਲਾ ਜਾ। ਉਹਨੂੰ ਗੁਆਂਢੀ ਕਹਿਣ ਲੱਗੇ, ਭਲਿਆ ਹੁਣ ਤੈਨੂੰ ਤੇ ਵੱਡੇ ਬੰਦਿਆਂ ਨੇ ਬੁਲਾਇਆ, ਘੱਟੋ ਘੱਟ ਕੱਪੜੇ ਸਵਾ ਲੈ, 4 1 2 ਜੋੜੇ ਸਵਾ ਲੈ, ਚੰਗਾ ਲੱਗੇਗਾ। ਉਹ ਮੰਨਿਆ ਨਹੀਂ, ਫਿਰ ਉਹ ਮੰਨ ਗਿਆ, ਕਹਿੰਦਾ ਚੱਲ ਠੀਕ ਹੈ ਮੈਂ ਕੱਪੜੇ ਸਵਾ ਲੈਣਾ, ਫਿਰ ਕੀ ਹੋਏਗਾ, ਇਹਨੇ ਸਤਿਕਾਰ ਹੋ ਜਾਏਗਾ, ਚੰਗਾ ਇਨਾਮ ਲੈਣ ਜਾ ਰਹੇ, ਕੱਪੜੇ ਚੰਗੇ ਪਾਣੇ ਹੋਣੇ ਚਾਹੀਦੇ। ਠੀਕ ਹੈ। ਘਰੋਂ ਥੋੜ੍ਹੇ ਦਿਨਾਂ ਬਾਅਦ ਨਿਕਲਦਾ ਤੇ ਇੱਕ ਵੱਡਾ ਕਾਜ਼ੀ ਤੁਰਿਆ ਜਾਂਦਾ ਅੱਗੇ, ਹੱਥ 'ਚ ਡਾਂਗ ਫੜੀ ਤੇ ਆਨੰਦਮਈ, ਤੇ ਉਹਨੂੰ ਆ ਕੇ ਉਹਦਾ ਨੌਕਰ ਕਹਿੰਦਾ, ਮੁੱਲਾ ਜੀ ਤੁਹਾਡੇ ਘਰ 'ਚ ਅੱਗ ਲੱਗ ਗਈ। ਉਹ ਬਿਲਕੁਲ ਸ਼ਾਂਤ ਤੁਰੀ ਜਾਂਦਾ ਤੇ ਨੌਕਰ ਨੂੰ ਲੱਗਦਾ ਖਰੇ ਇਹਨੇ ਸੁਣਿਆ ਹੀ ਨਹੀਂ। ਉਹ ਕਹਿੰਦਾ, ਮੁੱਲਾ ਜੀ ਤੁਹਾਡੇ ਘਰ ਅੱਗ ਲੱਗ ਗਈ। ਤੇ ਉਹ ਮੁੱਲਾ ਕਹਿੰਦਾ, ਮੈਂ ਸੁਣ ਲਿਆ। ਕਹਿੰਦੇ ਫਿਰ? ਕਹਿੰਦੇ ਤੁਸੀਂ ਫਿਰ ਰਿਐਕਟ, ਤੁਹਾਨੂੰ ਪਤਾ ਨਹੀਂ ਅੱਗ ਲੱਗ ਗਈ, ਜਾਓ ਬੁਝਾਓ ਜਾਓ। ਕਹਿੰਦੇ ਮੇਰਾ ਥੋੜ੍ਹੀ ਘਰ, ਨੌਕਰ ਕਹਿੰਦਾ ਘਰ ਮੇਰਾ ਥੋੜ੍ਹੀ, ਘਰ ਤੁਹਾਡਾ ਹੈ, ਪਰ ਮੈਂ ਬੇਚੈਨ ਹਾਂ। ਪਰ ਤੁਸੀਂ ਬੇਚੈਨ ਨਹੀਂ ਹੋਏ। ਕਹਿੰਦੇ ਤੇਰੀ ਇਸ ਘਟਨਾ ਕਰਕੇ, ਭਾਵ ਕਿ ਘਰ ਦੇ ਵਿੱਚ ਅੱਗ ਲੱਗਣ ਕਰਕੇ, ਮੈਂ ਆਪਣੇ ਸਾਰੇ ਜੀਵਨ ਦੀ ਚਾਲ ਥੋੜ੍ਹੀ ਵਿਗਾੜ ਦਾਂਗਾ। ਜਿਸ ਚਾਲ ਨਾਲ ਮੈਂ ਤੁਰ ਰਿਹਾ ਉਸੇ ਚਾਲ ਨਾਲ ਮੈਂ ਤੁਰਾਂਗਾ। ਇਹ ਜਦ ਉਸ ਬੰਗਾਲੀ ਨੇ ਸੁਣੀ, ਉਹ ਹੈਰਾਨ ਹੋ ਗਿਆ, ਬੰਦਾ ਕੌਣ ਹੈ ਕਿ ਘਰ ਦੇ ਵਿੱਚ ਅੱਗ ਵੀ ਲੱਗ ਜੇ ਤਾਂ ਵੀ ਅਸ਼ਾਂਤ ਖੜ੍ਹਾ ਹੈ। ਫਿਰ ਉਹਦੇ ਘਰ ਪਿੱਛੇ ਜਾਂਦਾ, ਉਹ ਨੌਕਰਾਂ ਨੂੰ ਉਹ ਕਹਿੰਦਾ ਕਿ ਬੁਝਾਓ ਆ ਗਏ, ਸਾਰਾ ਕੁਝ ਕਰੋ, ਪਰ ਉਹ ਅਸ਼ਾਂਤ ਖੜ੍ਹਾ। ਉਹਨੇ ਇਹ ਗੱਲ ਸੋਚੀ ਕਿ ਮੈਂ ਸਾਰੀ ਉਮਰ ਇਹੋ ਜਿਹੇ ਕੱਪੜੇ ਪਾਏ, ਇਹੋ ਜਿਹੇ ਕੱਪੜੇ ਪਾ ਕੇ ਕੰਮ ਕੀਤਾ, ਇੱਕ ਇਨਾਮ ਕਰਕੇ, ਇੱਕ ਵੱਡੀ ਸਰਕਾਰ ਦਰਬਾਰੇ ਜਾਣ ਕਰਕੇ, ਉਹਦੇ ਕਰਕੇ ਮੈਂ ਆਪਣੇ ਜੀਵਨ ਦੀ ਚਾਲ ਬਦਲ ਦੇਵਾਂ। ਇਹ ਕੁਝ ਹੋਇਆ ਸੀ ਪ੍ਰੋਫੈਸਰ ਸਾਹਿਬ ਸਿੰਘ ਨਾਲ। ਸੁਰਤ ਅਡੋਲ ਹੋਣੀ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ ਕਰਮ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਜਿਸ ਵੇਲੇ ਆ ਟੀਕਾ ਲਿਖਿਆ ਸੀ ਨਾ, ਗੁਰੂ ਗ੍ਰੰਥ ਸਾਹਿਬ ਸੰਥਿਆ 14 ਭਾਗ, ਉਸ ਵੇਲੇ ਉਹਨਾਂ ਨੂੰ ਡੀ.ਲਿਟ ਦੀ ਡਿਗਰੀ ਮਿਲਣੀ ਸੀ। ਇੱਕ ਹੁੰਦੀ ਹੈ PhD ਦੀ ਡਿਗਰੀ, PhD ਦੀ ਡਿਗਰੀ ਦੀ ਉੱਤੇ ਹੁੰਦੀ ਹੈ ਪੋਸਟ ਡਾਕਟਰੇਟ ਦੀ, ਪੋਸਟ ਡਾਕ ਦੀ ਕਹਿੰਦੇ ਆ। ਇਹ ਸਭ ਤੋਂ ਉੱਚੀ ਡਿਗਰੀ ਹੈ, ਡਾਕਟਰੇਟ ਦੀ ਡਿਗਰੀ ਤੋਂ ਵੀ ਉੱਚੀ ਡਿਗਰੀ ਹੁੰਦੀ ਹੈ, ਉਹਨੂੰ ਡੀ.ਲਿਟ ਕਹਿੰਦੇ ਆ, ਡਾਕਟਰੇਟ ਆਫ ਲਿਟਰੇਚਰ। ਅਤੇ ਉਹਨਾਂ ਦੀ ਧੀ ਰਾਣੀ ਨੇ ਨਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਧੀ ਰਾਣੀ ਨੇ ਬਹੁਤ ਸੋਹਣੇ ਸੋਹਣੇ ਕੱਪੜੇ ਸਵਾ ਕੇ ਉਹਨਾਂ ਦੇ ਸਾਹਮਣੇ ਕਿ ਪਿਤਾ ਜੀ ਇਹ ਕੱਪੜੇ ਪਾਉਣੇ ਆ, ਇਹ ਕੱਪੜੇ ਇਹ ਨਹੀਂ ਪਾ ਕੇ ਜਾਣਾ ਜਿਹੜਾ ਤੁਸੀਂ ਝੱਗਾ ਜਿਹਾ ਪਾਇਆ ਹੋਇਆ, ਇਹ ਇੱਕ ਸਮੈਲਾ ਜਿਹਾ ਕੁਰਤਾ ਅਤੇ ਆਹ ਮੈਲਾ ਜਿਹਾ ਪਜਾਮਾ, ਸਾਰੀ ਉਮਰ ਤੁਹਾਨੂੰ ਇਹੀ ਦੇਖਿਆ, ਸਾਰੀ ਉਮਰ ਦੇਖਿਆ। ਅਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨਹੀਂ, ਇਹਨਾਂ ਕੱਪੜਿਆਂ ਵਿੱਚ ਹੀ ਕਾਰਜ ਕੀਤਾ ਅਤੇ ਇਹਨਾਂ ਕੱਪੜਿਆਂ ਵਿੱਚ ਹੀ ਮੇਰੀ ਸੁਰਤ ਅਡੋਲ ਦੀ ਗੱਲ ਕੀਤੀ ਹੈ। ਕਹਿੰਦੇ ਡੀ.ਲਿਟ ਵੀ ਇਹਨਾਂ ਵਿੱਚ ਹੀ ਲੈ ਕੇ ਜਾਵਾਂਗਾ, ਪਰ ਇਸ ਕਰਕੇ ਮੈਂ ਆਪਣੀ ਸੁਰਤ ਨੂੰ ਥੋੜ੍ਹੀ ਅਡੋਲ ਕਰਦਾ। ਸਿਰਫ ਮੈਂ ਇੱਕ ਬਾਹਰੀ ਖੇਤਰ ਦਾ ਉਦਾਹਰਣ ਲੈ ਰਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੁਰਤ ਇੰਨੀ ਅਡੋਲ ਹੋਏ ਕਿ ਜੀਵਨ ਦੀ ਕੋਈ ਘਟਨਾ ਮਨ ਦੇ ਉੱਤੇ ਪ੍ਰਭਾਵ ਨਾ ਪਾਏ, ਕਿ ਜੀਵਨ ਦੀ ਚਾਲ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਇਹ ਗੱਲਾਂ ਬਾਤਾਂ ਨਾਲ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਇਹ ਜਿਹੜਾ ਮੰਨ ਲਏਗਾ ਉਹਦੀ ਸੁਰਤ ਅਡੋਲ ਹੋ ਸਕਦੀ ਹੈ। ਹੁਣ ਛੋਟਾ ਘੱਲੂਘਾਰਾ ਆ ਰਿਹਾ ਅਗਲੇ ਮਹੀਨੇ, ਮਈ ਦੇ ਮਹੀਨੇ 'ਚ, ਵੱਡਾ ਘੱਲੂਘਾਰਾ ਵੀ। ਦੋਨੋਂ ਘੱਲੂਘਾਰੇ ਦੇਖੋ, ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਮਾਰੇ ਗਏ। ਉੱਥੇ ਜੱਸਾ ਸਿੰਘ ਵੀ ਹੈ, ਸਾਰਾ ਕੁਝ ਹੈ, ਪਰ ਸੁਰਤ ਨਹੀਂ ਅਡੋਲ ਹੋਣ ਦਿੱਤੀ। ਕਹਿੰਦੇ ਭਾਜਾ ਘੋੜਾ ਭਜਾ ਕੇ। ਜੱਸਾ ਸਿੰਘ ਕਹਿੰਦੇ ਲੋਕ ਕਹਿ ਹਮਕੋ ਕਰ ਠੱਟਾ, ਘੋੜਾ ਭਜਾਏ ਜੱਸਾ ਸਿੰਘ ਨੱਠਾ। ਸੁਰਤ ਅਡੋਲ ਹੈ। ਕਹਿੰਦੇ ਭਾਵੇਂ ਮੌਤ ਹੋ ਜਾਏ ਪਰ ਮੈਂ ਭੱਜਣਾ ਨਹੀਂ ਇੱਥੋਂ, ਅਡੋਲ ਹਾਂ ਮੈਂ। ਹਰ ਚੀਜ਼ ਦੀ ਅਡੋਲਤਾ ਬਾਰੇ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ। ਔਰ ਸਿੱਖ ਇਤਿਹਾਸ ਦੇ ਵਿੱਚ ਇਹ ਸੁਰਤ ਦਾ ਅਡੋਲ ਹੋਣਾ, ਇਹੀ ਮਨ ਦੇ ਵਿੱਚ ਅਤੇ ਬੁੱਧ ਦੇ ਵਿੱਚ ਹੋਸ਼ ਲੈ ਕੇ ਆਉਂਦਾ। ਇਹ ਹੋਸ਼ਗੀ ਲੈ ਕੇ, ਜਿਹਨੂੰ ਭਾਈ ਨੰਦ ਲਾਲ ਕਹਿੰਦੇ ਨਾ, ਕਿ ਕਹਿੰਦੇ ਬੇਹੋਸ਼ ਬਾਸ਼ ਕੇ ਹੰਗਾਮੇ ਨੌ ਬਹਾਰ ਆਮਦ, ਕਿ ਬੇਹੋਸ਼ੀ ਵਿੱਚ ਕੋਈ ਕੰਮ ਨਾ ਕਰੀ। ਜੇ ਕੋਈ ਪੁੱਛੇਗਾ ਨਾ ਇਹ ਕਿਉਂ ਕੀਤਾ, ਜੇ ਮੈਂ ਕਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਉਂ ਕੀਤਾ, ਤੇ ਭਾਈ ਨੰਦ ਲਾਲ ਕਹਿੰਦੇ ਦੁਨੀਆ ਤੈਨੂੰ ਪਾਪੀ ਕਹੇਗੀ। ਬੇਹੋਸ਼ੀ ਵਿੱਚ ਕੀਤਾ ਹੋਇਆ ਕੰਮ ਪਾਪੀ ਬਣਾਉਂਦਾ ਹੈ, ਹੋਸ਼ ਵਿੱਚ ਕੀਤਾ ਹੋਇਆ ਕੰਮ ਰੱਬ ਬਣਾ ਦਿੰਦਾ ਹੈ। ਇਹਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਹੋਸ਼ ਵਿੱਚ, ਸੁਰਤ ਵਿੱਚ, ਆਪਣੀ ਬੁੱਧ ਦੇ ਵਿੱਚ, ਆਪਣੀ ਮਨ ਦੇ ਵਿੱਚ ਜਿਹੜੀ ਹੋਸ਼ਗੀ ਰੱਖਦਾ ਗੁਰੂ ਦੇ ਸ਼ਬਦ ਦੀ, ਗੁਰੂ ਦੇ ਭਾਵ ਦੀ, ਕਿ ਗੁਰੂ ਨੇ ਇਹ ਕਿਹਾ, ਉਹ ਫਿਰ ਕਦੀ ਨਹੀਂ ਡੋਲਦਾ। ਪਰ ਇਹ ਗੱਲਾਂ ਬਾਤਾਂ ਵਾਲਾ ਨਹੀਂ ਕਰ ਸਕਦਾ। ਇਹ ਜਿਹੜਾ ਮੰਨਦਾ ਹੈ ਉਹੀ ਇਸ ਸੁਰਤ ਦੇ ਮਾਰਗ 'ਤੇ ਚੱਲ ਸਕਦਾ ਹੈ। ਉਹ ਫਿਰ ਇਹਨੂੰ ਮਹਾਰਾਜ ਕਹਿੰਦੇ ਮੰਨੈ ਸੁਰਤ ਹੋਵੈ ਮਨ ਬੁੱਧ, ਉਹਦੀ ਸੁਰਤ ਅਡੋਲ ਹੋ ਜਾਂਦੀ ਹੈ। ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ।
ਸੁਰਤ ਹੋਵੇ ਮਨ ਬੁੱਧ, ਮਨ ਦੇ ਨੰਨੇ ਨੂੰ ਸਿਆਰੀ, ਬੁੱਧ ਦੇ ਧੱਦੇ ਨੂੰ ਸਿਆਰੀ। ਮਨ ਦੇ ਵਿੱਚ ਤੇ ਬੁੱਧ ਦੇ ਬੁੱਧੀ ਦੇ ਵਿੱਚ ਬੇਹੋਸ਼ਗੀ ਨਹੀਂ ਰਹਿੰਦੀ, ਵਿਕਾਰਾਂ ਦੀ ਕਾਲਖ ਨਹੀਂ ਰਹਿੰਦੀ, ਇਹ ਅੰਦਰ ਅਹੰਕਾਰ ਦੀ ਨੀਂਦ ਨਹੀਂ ਰਹਿੰਦੀ, ਜਾਗ ਜਾਂਦਾ, ਅਡੋਲ ਸੁਰਤ ਵਾਲਾ ਹੋ ਜਾਂਦਾ। ਮੰਨੈ ਸਗਲ ਭਵਨ ਕੀ ਸੁਧ, ਵਿਸ਼ਰਾਮ ਦੇਣਾ ਮੰਨੈ ਤੇ ਮੰਨੈ ਸਗਲ ਭਵਨ ਕੀ ਸੁਧ। ਉਹ ਇੰਨਾ ਜਾਗ ਜਾਂਦਾ ਹੈ, ਆਪਣੀ ਸੋਝੀ ਤੇ ਸਾਨੂੰ ਆਪਣੀ ਸੋਝੀ ਨਹੀਂ ਹੈ ਤੇ ਅਸੀਂ ਦੂਸਰਿਆਂ ਦੀ ਜਾਣਨ ਤੁਰੇ ਹਾਂ, ਪਰ ਸੱਚ ਇਹ ਹੈ ਜਿਹਨੂੰ ਆਪਣੀ ਸੋਝੀ ਹੋ ਗਈ ਉਹਨੂੰ ਤ੍ਰੈ ਭਵਨਾਂ ਦੀ ਸੋਝੀ। ਇਹਦਾ ਜ਼ਿਕਰ ਅੱਗੇ ਆਏਗਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਇਹਦਾ ਅਰਥ ਹੈ ਸਗਲ ਭਵਨ ਕੀ ਸੁਧ, ਜਿਹਨੇ ਆਪਣੀ ਸੋਝੀ ਕਰ ਲਈ, ਆਪਣੇ ਆਪ ਨੂੰ ਹੋਸ਼ ਵਿੱਚ ਲਿਆਇਆ, ਗੁਰੂ ਦੇ ਹੁਕਮ ਨੂੰ ਮੰਨ ਕੇ, ਉਹਨੂੰ ਸਾਰੇ ਭਵਨਾਂ ਦੀ ਸੁਧ ਕੀ ਸੋਝੀ ਹੁੰਦੀ ਹੈ। ਤੇ ਸੁਧ ਦਾ ਮਤਲਬ ਹੈ ਜਾਗ ਜਾਣਾ। ਉਹ ਬੇਹੋਸ਼ੀ ਦੀ ਹਾਲਤ ਵਿੱਚ, ਨੀਂਦ ਦੀ ਹਾਲਤ ਵਿੱਚ ਨਹੀਂ ਉਹ ਜਨਮ ਬਤੀਤ ਕਰਦਾ। ਉਹ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਉਹ ਸੁਧ ਦੇ ਵਿੱਚ ਹੈ, ਉਹ ਹੋਸ਼ ਵਿੱਚ ਹੈ ਜੀ। ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਉਹ ਫਿਰ ਮੂੰਹ ਦੇ ਉੱਤੇ ਬੇਹੋਸ਼ਗੀ ਦੀ ਹਾਲਤ ਵਿੱਚ ਕੀਤੇ ਹੋਏ ਕਰਮਾਂ ਦੀ ਸੱਟਾਂ ਨਹੀਂ ਖਾਂਦਾ। ਜੋ ਅਸੀਂ ਆਪਣੇ ਵਿਕਾਰਾਂ, ਆਪਣੇ ਮਨ ਦੇ ਕ੍ਰੋਧ, ਆਪਣੇ ਮਨ ਦੇ ਕਾਮ ਕ੍ਰੋਧ, ਅਹੰਕਾਰ, ਲੱਭ ਲੋਭ, ਮਾਇਆ ਤ੍ਰਿਸ਼ਨੀ, ਤ੍ਰੈਗੁਣੀ ਵਿਕਾਰਾਂ ਦੇ ਵਿੱਚ ਆ ਕੇ ਕਰਮ ਕਰ ਬੈਠਦੇ ਹਾਂ, ਮਹਾਰਾਜ ਕਹਿੰਦੇ ਉਹੀ ਕਰਮ ਤੇ ਸਾਨੂੰ ਸੱਟਾਂ ਪਵਾਉਂਦੇ ਨੇ, ਉਹੀ ਕਰਮ ਠੋਕਰਾਂ ਦੇ। ਜੇ ਅਸੀਂ ਇਸ ਗੱਲ ਨੂੰ ਸਬਰ ਸੰਤੋਖ ਨਾਲ ਸਮਝ ਲਈਏ ਕਿ ਟਿਕ ਜਾਈਏ ਕਿ ਜੇ ਦੁੱਖ ਦਿੱਤੇ ਤੇ ਉਹਦੇ ਦਿੱਤੇ ਹੋਏ, ਹੱਥ ਕੋਈ ਦੂਸਰਾ ਥੋੜ੍ਹੀ ਹੈ, ਹੱਥ ਇੱਕੋ ਹੀ ਹੈ। ਦੁੱਖ ਦੇਣ ਵਾਲਾ ਵੀ ਹੱਥ ਉਹਦਾ ਹੈ, ਸੁੱਖ ਦੇਣ ਵਾਲਾ ਵੀ ਹੱਥ ਉਹਦਾ ਹੈ। ਇਹਨੂੰ ਹੀ ਤਾਂ ਮਹਾਰਾਜ ਜੀ ਨੇ ਹੁਕਮ ਕਿਹਾ ਕਿ ਇਹ ਹੁਕਮ ਦੇ ਵਿੱਚ ਹੀ ਲਿਖਿਆ ਹੋਇਆ ਇਸ ਕਿ ਦੁੱਖ ਦੇ ਵਿੱਚ ਅਸੀਂ ਬੇਹੋਸ਼ ਹੋ ਜਾਈਏ, ਕਿ ਗਾਫਲ ਹੋ ਜਾਈਏ, ਵਿਕਾਰ ਸਾਡੇ 'ਤੇ ਹਾਵੀ ਹੋ ਜਾਣ ਤੇ ਅਸੀਂ ਆਪਣੀ ਸੋਝੀ ਬੂਝੀ, ਆਪਣੇ ਆਲੇ ਦੁਆਲੇ ਨੂੰ, ਆਪਣੇ ਜੀਵਨ ਨੂੰ, ਆਪਣੇ ਕੀਤੇ ਜਾਣ ਵਾਲੇ ਕਰਮਾਂ ਵਾਲੀ ਚਾਲ ਨੂੰ ਭੁੱਲ ਕੇ ਪੁੱਠਾ ਕਰਨ ਲੱਗ ਜਾਏ। ਮਹਾਰਾਜ ਕਹਿੰਦੇ ਉਹ ਚੀਜ਼ਾਂ ਸੱਟਾਂ ਪਵਾਉਂਦੀਆਂ ਨੇ। ਪਰ ਜਿਹੜਾ ਮੰਨ ਕੇ ਹੋਸ਼ ਵਿੱਚ ਆ ਜਾਏ, ਸੁਰਤ ਮਨ ਤੇ ਬੁੱਧ ਕਰਕੇ ਟਿਕ ਜਾਏ, ਅਡੋਲ ਹੋ ਜਾਏ, ਫਿਰ ਮਹਾਰਾਜ ਕਹਿੰਦੇ ਉਹਨੂੰ ਕੋਈ ਸੱਟਾ ਨਹੀਂ ਮਾਰ ਸਕਦਾ, ਉਹਨੂੰ ਕੋਈ ਜੀਵਨ 'ਚ ਹਰਾ ਨਹੀਂ ਸਕਦਾ, ਉਹਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਪੈਂਦੀ। ਉਹ ਮੰਨੈ ਮੂੰਹ ਚੋਟਾਂ ਨਾ ਖਾਏ, ਕਿਉਂ? ਉਹ ਬੇਹੋਸ਼ ਨਹੀਂ ਹੈ, ਉਹ ਤਾਂ ਹੋਸ਼ ਵਿੱਚ ਹੈ। ਉਹ ਦੇਖਦਾ ਪਿਆ ਕਿੱਥੋਂ ਗੁਰ ਦਿਖਰਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀ ਲੈ ਅਨਹਦ ਬਾਜੇ। ਵਿਕਾਰਾਂ ਵਾਲੇ ਉਹਨੇ ਦਰਵਾਜ਼ੇ ਢੋਲੇ ਨੇ, ਉਹ ਹੋਸ਼ ਦੇ ਵਿੱਚ ਹੈ। ਮੰਨੈ ਜਮ ਕੈ ਸਾਥ ਨਾ ਜਾਏ, ਉਹ ਅਵਸਥਾ ਇੰਨੀ ਪਰਮ ਅਵਸਥਾ ਤੱਕ ਪਹੁੰਚਦੀ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ ਹੋਂ ਸਭਨ ਕੀ ਰੇਣਕਾ ਤਉ ਆਓ ਹਮਾਰੇ ਪਾਸ। ਉਹ ਜਮਾ ਦੇ ਰਸਤੇ ਤੇ ਨਹੀਂ ਜਾਂਦਾ, ਜਮਾ ਦਾ ਉਹਨੂੰ ਭਉ ਨਹੀਂ ਰਹਿੰਦਾ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ, ਇਹ ਵਾਲਾ ਜਿਹੜਾ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰਅੰਜਨ ਕਿਹਾ। ਮਾਇਆ ਦੇ ਵਿੱਚ ਫਸਿਆ ਹੋਇਆ ਨਿਰਅੰਜਨ ਦੀ ਕਥਾ ਕਿਵੇਂ ਕਰੇਗਾ, ਕਿਵੇਂ ਕਰੇਗਾ? ਮਹਾਰਾਜ ਕਹਿੰਦੇ ਕੋਲਿਆਂ ਦੇ ਭਰੇ ਹੋਏ ਟਾਲ ਦੇ ਵਿੱਚ ਜਾਈਏ ਤੇ ਕੱਪੜੇ ਮੈਲੇ ਹੋਣਗੇ ਹੀ ਹੋਣਗੇ, ਬਚ ਨਹੀਂ ਸਕਦਾ ਕੋਈ। ਇਸ ਕਰਕੇ ਅੰਜਨ ਦੇ ਵਿੱਚ ਲਿਬੜਿਆ ਹੋਇਆ ਇਸ ਨਾਮ ਨੂੰ ਕਿਵੇਂ ਬਿਆਨ ਕਰੇਗਾ? ਉਹ ਬਿਆਨ ਕਰ ਸਕਦਾ ਹੈ ਜਿਹਨੇ ਮਨ ਕਰਕੇ ਮੰਨ ਲਿਆ ਹੈ। ਸਿੱਧੀ ਜੀ ਗੱਲ, ਅੰਤਰ ਦੇ ਭਾਵਨਾ ਸਿਰਫ ਜ਼ੁਬਾਨ ਕਰਕੇ ਨਹੀਂ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈ ਹੈ, ਗੱਲਾਂ ਬਾਤਾਂ ਕਰਕੇ ਨਹੀਂ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀ ਐ ਸੋਈ। ਇਹ ਹੈ ਕਿ ਅੰਜਨ ਮਾਹੇ ਨਿਰੰਜਨ ਰਹੀਆ, ਜੋਗ ਜੁਗਤ ਤਉ ਪਾਈ ਹੈ ਕਿ ਅੰਜਨ ਦੇ ਵਿੱਚ ਨਿਰਅੰਜਨ ਹੋਣ ਵਾਲਾ ਐਸਾ ਨਾਮ ਨਿਰਅੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਮਨ ਕਰਕੇ ਮੰਨੇਗਾ ਉਹਨੂੰ ਇਹ ਅਵਸਥਾ ਦੀ ਪ੍ਰਾਪਤੀ ਹੈ ਜੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਤੇ ਜਿਹਨੇ ਇਸ ਰਸਤੇ ਤੁਰਨਾ ਸ਼ੁਰੂ ਕਰਤਾ ਹੈ, ਅੰਦਰ ਦਾ ਸਫ਼ਰ ਹੈ ਇਹ, ਹੁਕਮ ਨੂੰ ਮੰਨਣ ਵਾਲਾ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ। ਫਿਰ ਉਸ ਮਹਿਲ ਵੱਲ ਰਸਤੇ 'ਚ ਕੋਈ ਉਹਨੂੰ ਰੁਕਾਵਟ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ ਉਹਨੇ ਮਹਿਲ ਪਾਉਣਾ ਹੀ ਪਾਉਣਾ। ਸੁਹਬ ਤਾਂ ਸੁਹਾਗਣੀ, ਜੇ ਮੰਨ ਲਏ ਸੱਚ ਨਾਉ, ਮੰਨ ਲਏ ਸਤਿਗੁਰ ਆਪਣਾ ਮਨਾਏ ਲਏ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਠਾਉ। ਫਿਰ ਦੂਸਰਾ ਰਸਤਾ ਨਹੀਂ ਹੈ, ਫਿਰ ਇੱਕੋ ਹੀ ਰਸਤਾ ਹੈ, ਪਾਰ ਬ੍ਰਹਮ ਪਰਮੇਸ਼ਵਰ ਦੇ ਧਰਮ ਵਾਲਾ, ਨਿਜ ਘਰ ਵਾਲਾ, ਅੰਤਰ ਦੇ ਸਫ਼ਰ ਵਾਲਾ। ਉਸ ਰਸਤੇ 'ਤੇ ਫਿਰ ਕੋਈ ਰੁਕਾਵਟ ਨਹੀਂ ਆ ਸਕਦੀ ਉਹਨੂੰ।
ਉਹ ਫਿਰ ਉਸੇ ਰਸਤੇ ਤੇ ਇਹਨੂੰ ਇਹ ਆਨੜੀਏ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਸ਼ੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ ਤਾਂ ਸੁਹਾਗਣ ਲਾਗੀ ਹੈ ਉਹਨੂੰ ਜਾਣਿਆ ਜਾਏਗਾ ਸੁਹਾਗਣ ਜਾਣੀਆਂ ਬਾਹੀ ਜੇ ਸੱਚ ਧਰੈ ਪਿਆਰੋ ਜੇ ਪ੍ਰਭੂ ਨਾਲ ਪਿਆਰ ਕੀਤਾ ਤੇ ਤਾਂ ਸੁਹਾਗਣ ਹੈ। ਇਹਨੂੰ ਮਹਾਰਾਜ ਕਹਿੰਦੇ ਧਰਮ ਦੇ ਮਾਰਗ ਤੇ ਤੁਰਿਆ ਮੰਨੈ ਮਾਰਗ ਠਾਕ ਨਾ ਪਾਏ ਠਾਕ ਕਹਿੰਦੇ ਰੁਕਾਵਟ ਕਿਹੜੀ ਰੁਕਾਵਟ ਨਾ ਕਾਮ ਦੀ ਰੁਕਾਵਟ ਨਾ ਕ੍ਰੋਧ ਦੀ ਨਾ ਲੋਭ ਦੀ ਨਾ ਮੋਹ ਦੀ ਨਾ ਅਹੰਕਾਰ ਕਿਸੇ ਵਿਕਾਰ ਦੀ ਰੁਕਾਵਟ ਨਹੀਂ ਕਿਸੇ ਬਾਹਰ ਦੇ ਅਵਸਥਾ ਦੀ ਵੀ ਜੀ ਦੁੱਖ ਆ ਗਿਆ ਤੇ ਰੁਕ ਜਾਏਗਾ ਨਹੀਂ ਰੁਕ ਸਕਦਾ ਕਿਉਂਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਹੈ ਧਿਆਈ ਉਹ ਇੱਕੋ ਹੀ ਹੱਥ ਨਾਲ ਦੇਣ ਵਾਲਾ ਹੈ ਉਹੀ ਦੇਣ ਵਾਲਾ ਹੈ ਉਹਦੇ ਹੀ ਦੁੱਖ ਸੁੱਖ ਉਹਦਾ ਹੀ ਦਿੱਤਾ ਹੈ ਹੁਕਮੀ ਲਿਖ ਦੁੱਖ ਸੁੱਖ ਪਾਈਏ ਹੈ ਉਹ ਰੁਕਾਵਟ ਨਹੀਂ ਬਣੇਗੀ ਉਹਦੇ ਲਈ ਨਾ ਸੁੱਖ ਵੈਸੇ ਸੱਚ ਤੇ ਹੈ ਸੁੱਖ ਰੁਕਾਵਟ ਬਣਦੇ ਹੈ ਦੁੱਖ ਰੁਕਾਵਟ ਨਹੀਂ ਬਣਦੇ। ਹਾਂ ਬੋਲਣਾ ਰੁਕਾਵਟ ਬਣਦੇ ਹੈ ਸਾਡੇ ਅੰਦਰ ਦੀ ਚੁੱਪ ਰੁਕਾਵਟ ਨਹੀਂ ਬਣਦੀ ਕਦੇ ਇਹ ਬੇਲੋੜਾ ਬੋਲਣਾ ਨਾਨਕ ਬੋਲਣ ਝਖਣਾ ਮਹਾਰਾਜ ਕਹਿੰਦੇ ਇਹਨੂੰ ਝਖਣਾ ਆਖਿਆ ਦੁੱਖ ਛੱਡ ਮੰਗੀ ਹੈ ਸੁੱਖ ਇਹਨੂੰ ਮਹਾਰਾਜ ਕਹਿੰਦੇ ਕਿ ਇਹ ਰੁਕਾਵਟਾਂ ਖਤਮ ਹੋ ਜਾਂਦੀ ਹੈ ਝਖਣ ਵਾਲੀ। ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਦਰ 'ਤੇ ਪੂਰਨ ਇੱਜ਼ਤ ਦੇ ਨਾਲ ਇੱਜ਼ਤ ਨੂੰ ਪ੍ਰਗਟ ਕਰਕੇ ਪੇਸ਼ ਹੁੰਦਾ ਹੈ ਐਵੇਂ ਲੁਕਵਾ ਨਹੀਂ ਕਿ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ। ਮਹਾਰਾਜ ਕਹਿੰਦੇ ਉਹ ਪ੍ਰਗਟ ਹੋਏਗਾ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਕੋਈ ਉਹਨੂੰ ਛੁਪਾ ਨਹੀਂ ਸਕਦਾ ਫਿਰ ਕੋਈ ਉਹਨੂੰ ਬਦਨਾਮੀ ਦੇ ਪਰਦੇ ਦੇ ਵਿੱਚ ਨਹੀਂ ਕੋਈ ਉਹਦੇ ਉੱਤੇ ਪਾਪਾਂ ਦਾ ਬੁਰਕਾ ਨਹੀਂ ਪਾ ਸਕਦਾ ਝੂਠਾ ਉਹ ਫਿਰ ਸੱਚ ਪ੍ਰਗਟ ਹੀ ਹੋਏਗਾ ਜਿਵੇਂ ਹੀਰਾ ਲਿਸ਼ਕਦਾ ਉਹ ਲਿਸ਼ਕੇਗਾ ਇਵੇਂ ਮਹਾਰਾਜ ਕਹਿੰਦੇ ਮੰਨੈ ਪਤ ਪਤ ਕਹਿੰਦੇ ਇੱਜ਼ਤ ਸੁਹਿਰਦ ਇੱਜ਼ਤ ਦੇ ਨਾਲ ਸੁਲੱਖਣੀ ਇੱਜ਼ਤ ਦੇ ਨਾਲ ਪਤ ਸਿਉ ਪ੍ਰਗਟ ਜਾਏ ਉਹ ਪ੍ਰਭੂ ਦਰ ਤੇ ਪ੍ਰਗਟ ਹੁੰਦੇ ਨੇ ਜੀ। ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਮਗ ਕਹਿੰਦੇ ਹੈ ਰਸਤਾ ਪੰਥ ਕਹਿੰਦੇ ਹੈ ਰਸਤਾ ਇਹ ਦੋਨੋਂ ਰਸਤੇ ਨੇ ਮਗ ਦਾ ਵੀ ਅਰਥ ਰਸਤਾ ਹੈ ਮਾਰਗ ਔਰ ਪੰਥ ਦਾ ਵੀ ਅਰਥ ਰਸਤਾ ਹੈ ਕਿ ਉਹ ਰਸਤਿਆਂ ਵਾਲੇ ਰਸਤੇ 'ਤੇ ਨਹੀਂ ਤੁਰਦਾ। ਸਮਝਿਓ ਕਿ ਜਿਹੜਾ ਰਸਤਾ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ ਉਹ ਉਹਨਾਂ ਰਸਤਿਆਂ 'ਤੇ ਨਹੀਂ ਤੁਰਦਾ ਜਿਸ ਰਸਤਿਆਂ 'ਤੇ ਸਾਰੇ ਗਫਲਤ ਵਿੱਚ ਤੁਰੇ ਹੋਏ ਨੇ ਜਿੱਥੇ ਭੀੜਾਂ ਦੀਆਂ ਭੀੜਾਂ ਤੁਰੀਆਂ ਹੋਈਆਂ ਨੇ ਉਹ ਉਸ ਰਸਤੇ 'ਤੇ ਨਹੀਂ ਤੁਰਦਾ ਉਹ ਉਸ ਰਸਤੇ ਦਾ ਸੱਚੀ ਮੁੱਚ ਉਹ ਉਸ ਰਸਤੇ 'ਤੇ ਤੁਰਦਾ ਜਿੱਥੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਇਹ ਰਸਤਾ ਹੈ ਮੰਨਣ ਵਾਲਿਆਂ ਦਾ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਅੱਜ ਮੈਂ ਸੁਣ ਰਿਹਾ ਸੀ ਬੜੀ ਕਮਾਲ ਦੀ ਘਟਨਾ ਕਿਸੇ ਸ਼ਾਇਰ ਦੀ ਉਡਾਰੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਨਮੁਖ 70-80 ਹਜ਼ਾਰਾਂ ਦਾ ਇਕੱਠ ਸੀ ਜੇ ਗੁਰੂ ਨੇ ਸੀਸ ਮੰਗਿਆ ਹੋਏਗਾ ਇਕੱਲਾ ਇੱਕ ਥੋੜ੍ਹੀ ਉੱਠਿਆ ਹੋਏਗਾ। ਇੱਕ ਸ਼ਾਇਰ ਲਿਖਦਾ ਆਪਣੀ ਉਡਾਰੀ 'ਚੋਂ ਕਹਿੰਦਾ ਮੈਨੂੰ ਲੱਗਦਾ ਇਕੱਲੇ ਉਹ 80 ਹਜ਼ਾਰਾਂ ਨੇ ਹੱਥ ਨਹੀਂ ਉਠਾਏ ਹੋਣਗੇ ਆਲੇ ਦੁਆਲਿਆਂ ਦੇ ਰੁੱਖਾਂ ਪੰਛੀਆਂ ਪਸ਼ੂਆਂ ਨੇ ਸਾਰਿਆਂ ਨੇ ਹੱਥ ਚੱਕਦੇ ਹੋਣਗੇ ਸਤਿਗੁਰੂ ਅੱਜ ਤੂੰ ਮੰਗ ਰਿਹਾ ਅੱਜ ਤੂੰ ਲੈ ਲੈ ਅਸੀਂ ਮੰਗਦੇ ਆਏ ਹਾਂ ਤੇਰੇ ਕੋਲੋਂ। ਮਤਲਬ ਇੱਕ ਅੰਦਰ ਦੀ ਉਡਾਰੀ ਹੈ ਕਿ ਜਿਹੜਾ ਇਸ ਰਸਤੇ 'ਤੇ ਤੁਰਿਆ ਉਹ ਫਿਰ ਪ੍ਰਵਾਨ ਹੈ ਉਹ ਫਿਰ ਗੁਰੂ 'ਤੇ ਸ਼ੰਕਾ ਨਹੀਂ ਕਰ ਸਕਦਾ। ਅੱਜ ਸਾਨੂੰ ਸ਼ੰਕਾ ਮਾਰ ਗਈ ਬਈ ਇਹ ਕਿਉਂ ਇਸ ਸ਼ੰਕਾ ਨੂੰ ਗੁਰੂ ਨਾਨਕ ਸਾਹਿਬ ਨੂੰ ਸਾਡੇ ਵਰਗਾ ਬਣਾ ਦਿੱਤਾ। ਸੁਣ ਲਿਓ ਇਸ ਸ਼ੰਕਾ ਨੇ ਹੀ ਸਾਡੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਸਾਡੇ ਹੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੋਰ ਸ਼ਾਇਰਾਂ ਦੀ ਬਾਣੀ ਦੇ ਨਾਲ ਇੱਕੋ ਲੜੀ 'ਚ ਲਿਖ ਦਿੱਤਾ ਕਿ ਜੇ ਇਹ ਸ਼ਾਇਰ ਨੇ ਤਾਂ ਫਿਰ ਇਹ ਵੀ ਸ਼ਾਇਰੀ ਹੈ ਇਹ ਵੀ ਕਾਵਿ ਰਚਨਾ ਹੈ। ਇਹਨਾਂ ਤਰਕਾਂ ਨੇ ਇਹ ਇਸ ਲੈਵਲ ਤੋਂ ਉਹ ਕੋਈ ਅਸੀਂ ਸੋਚਦੇ ਹਾਂ ਕੋਈ ਗੁਰੂ ਦਾ ਲੈਵਲ ਅਸੀਂ ਘਟਾ ਦਾ ਕਿ ਆਪਣੇ ਤੌਰ ਤੱਕ ਲਿਆਵਾਂਗੇ ਇਸ ਗੁਰੂ ਥੋੜ੍ਹੀ ਘਟਦਾ ਅਸੀਂ ਆਪਣੀ ਹੀਨ ਭਾਵਨਾ ਦਾ ਪ੍ਰਗਟਾਵਾ ਕੀਤਾ। ਇਹਨਾਂ ਸ਼ੰਕਿਆਂ ਨੇ ਇਹਨਾਂ ਇਤਿਹਾਸਕ ਕੁਛ ਗੁਰੂ ਦੇ ਉੱਤੇ ਸ਼ੰਕਾ ਨਹੀਂ ਹੈ ਕੋਈ ਸ਼ੰਕਾ ਨਹੀਂ ਕਰ ਸਕਦਾ। ਜੇ ਜੱਸਾ ਸਿੰਘ ਹੋਰੀ ਬੈਠੇ ਨੇ ਅਕਾਲ ਤਖਤ ਸਾਹਿਬ 'ਤੇ ਗਿਣਤੀ ਦੇ ਸਿੱਖ ਨੇ ਅਤੇ ਉੱਥੇ ਕਸੂਰ ਦੇ ਨਵਾਬ ਹਜ਼ਾਰਾਂ ਦੀ ਫੌਜਾਂ ਨੇ ਅਤੇ ਅਰਦਾਸ ਕਰਤੀ ਹੈ ਪੰਜੇ ਬੱਦੇ ਮਹਾਬਲੀ ਹੁਕਮਨਾਮਾ ਆਇਆ ਅਤੇ ਸਿੱਖ ਕਹਿੰਦੇ ਕਿਵੇਂ ਜਿੱਤਾਂਗੇ ਕਹਿੰਦੇ ਵਿਸ਼ਵਾਸ ਇੰਨਾ ਗੁਰੂ ਨੇ ਕਹਿ ਤਾ ਪੰਜੇ ਬੱਦੇ ਮਹਾਬਲੀ ਘਰ ਸੱਚਾ ਢੋਆ ਕਹਿੰਦੇ ਇਹ ਜਿੱਤ ਲਾਂਗੇ ਬੰਨ ਲਾਂਗੇ ਉਹ ਸੱਚ ਹੋ ਗਿਆ ਇਹ ਸੱਚ ਹੈ ਜੀਵਨ ਦਾ। ਇਸ ਤਰ੍ਹਾਂ ਦੀ ਬੜੀਆਂ ਘਟਨਾਵਾਂ ਨੇ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬੜੇ ਸਮੇਂ ਇਸ ਤਰ੍ਹਾਂ ਦੇ ਸਿੰਘਾਂ ਦੇ ਆਏ ਇੱਕ ਪਾਸੇ 22 ਸਿੰਘ ਸਨ ਅਤੇ ਉਸ ਪਾਸੇ ਜਿਹੜਾ ਕਾਲੇ ਖਾਨ ਨਵਾਬ ਸੀ ਉਹ 2200 ਘੁੜਸਵਾਰ ਅਤੇ ਨਾਲ 22,000 ਪੈਦਲ ਫੌਜ ਅਤੇ ਹਾਥੀ
ਤੇ ਪੁੱਛਿਆ ਉਹਨੇ ਅੱਗੇ ਸਿੰਘ ਕਿੰਨੇ ਨੇ? ਕਹਿੰਦੇ ਜੀ 22। ਉਹ ਕਹਿੰਦਾ ਹਾਂ 2200। ਉਹਦਾ ਜਿਹੜਾ ਕਾਸਰ ਸੀ ਉਹ ਕਹਿੰਦਾ 22। ਕਹਿੰਦੇ 22 ਨੂੰ ਹਰਾਉਣ ਵਾਸਤੇ ਅਸੀਂ 22,000 ਦੀਆਂ ਫੌਜਾਂ? ਕਹਿੰਦੇ ਜਾ ਕੇ ਦੇਖ ਲਓ ਸਵਾਦ। ਕਿਉਂਕਿ ਉਹਨਾਂ ਦੇ ਅੰਦਰ ਕਹਿੰਦੇ ਜਜ਼ਬੇ ਬੜੇ ਨੇ, ਸ਼ੰਕਾ ਨਹੀਂ ਹੈ। ਅਬਦਾਲੀ ਨੇ ਪੁੱਛਿਆ ਸੀ ਜ਼ਕਰੀਆ ਖਾਨ ਨੂੰ, ਅਬਦੁਲ ਸਮਦ ਖਾਨ ਦੇ ਪੁੱਤਰ ਨੂੰ, ਇਹ ਹੈ ਕੌਣ? ਇਹ ਹੈ ਕੌਣ 5 ਮੀਲ ਦੇ ਦਾਇਰੇ ਦੇ ਵਿੱਚ ਮੇਰੇ ਉੱਤੇ 5 ਵਾਰੀ ਹਮਲਾ ਕਰਤਾ ਇਹਨਾਂ ਨੇ। ਨਾਦਰ ਸ਼ਾਹ ਇੰਨਾ ਕੁਫਰ ਜ਼ਾਲਮ ਸੀ ਨਾ, ਇੱਕ ਵਾਰੀ ਇਸੀ ਦੇਸ਼ ਦੇ ਲੋਕਾਂ ਨੇ ਇਹ ਅਫਵਾਹ ਫੈਲਾਤੀ ਸੀ ਕਿ ਨਾਦਰ ਮਰ ਗਿਆ। ਉਹਨੂੰ ਇਹ ਪਸੰਦ ਨਹੀਂ ਆਇਆ, ਉਹਨੇ ਇਹ ਖਬਰ ਸੁਣ ਕੇ 10,000 ਲੋਕਾਂ ਦਾ ਕਤਲ ਕਰਵਾਤਾ ਸੀ ਕਿ ਅੱਗੋਂ ਮੇਰੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚਿਓ। 10,000 ਲੋਕੀ ਉਹਨੇ ਮਰਵਾਤੇ ਸਨ। ਪਰ ਕਹਿੰਦਾ ਇਹ ਹੈ ਕੌਣ ਜਿਹੜਾ ਇੰਨੀ ਕੁ ਮੀਲ ਦੇ ਵਿੱਚ ਮੇਰੇ ਉੱਤੋਂ 5 ਵਾਰੀ ਹਮਲਾ ਕਰ, ਕੋਈ ਕਦੀ ਹਾਥੀ ਲੁੱਟ ਕੇ ਲੈ ਗਏ, ਕਦੀ ਛੁੜਾ ਜਿਹੜੀਆਂ ਮੈਂ ਲੁੱਟ ਕੇ ਲੈ ਕੇ ਜਾ ਰਿਹਾ ਔਰਤਾਂ। ਇਹ ਕਿਉਂਕਿ ਇਹਨਾਂ ਦੀ ਇੱਜ਼ਤ ਬੜੀ ਹੈ। ਇਹ ਜਿਹੜੇ ਰਸਤੇ 'ਤੇ ਤੁਰੇ ਹੋਏ ਨੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਰਸਤਾ ਖੁਦਾਈ ਵਾਲਾ ਹੈ, ਉਹ ਅੱਲਾ ਵਾਲਾ, ਇਹਨਾਂ ਦੇ ਨਾਲ ਖੁਦਾ ਖੜਾ ਹੁੰਦਾ, ਰੱਬ ਖੜਾ ਹੁੰਦਾ। ਆ ਕੁਝ ਹੋਇਆ ਸੀ ਕਿ ਜਿਹੜਾ ਆ ਮੁਰਸ਼ਦ ਇਨਕਾ ਵਲੀ ਪਈ ਹੋਇਆ, ਜਿਹੜੀ ਗਾਥਾ ਤੁਸੀਂ ਸੁਣੀ ਆ। ਨਾਦਰ ਸ਼ਾਹ ਨੇ ਪੁੱਛਿਆ ਜ਼ਕਰੀਆ ਖਾਨ ਨੂੰ ਕਿ ਭਾਈ ਦੱਸ ਕੌਣ ਨੇ? ਕਹਿੰਦੇ ਜੀ ਘੋੜਿਆਂ ਦੀਆਂ ਕਾਠੀਆਂ। ਹਨੇ ਹਨੇ ਪਾਤਸ਼ਾਹੀ ਆਖਿਆ। ਹਨੇ ਪਤਾ ਕਿਹਨੂੰ ਕਹਿੰਦੇ ਆ? ਘੋੜੇ ਦੀ ਕਾਠੀ ਦੇ ਅਗਲਾ ਹਿੱਸਾ ਜਿਹਨੂੰ ਫੜ ਕੇ ਘੋੜੇ 'ਤੇ ਸਵਾਰ ਹੋਇਆ ਜਾਂਦਾ ਨਾ, ਉਹਨੂੰ ਹਨੇ ਕਹਿੰਦੇ। ਨਿੱਕੀ ਜੀ ਥਾਂ ਸਹਾਰਾ ਲੈਣ ਵਾਲੇ। ਕਹਿੰਦੇ ਜੇ ਉੱਥੇ ਵੀ ਬਹਿ ਜਾਣ ਤੇ ਉੱਥੇ ਵੀ ਬਾਦਸ਼ਾਹ ਨੇ, ਜੇ ਇੰਨੀ ਜੀ ਥਾਂ ਵੀ ਮਿਲ ਜਾਏ। ਹਨੇ ਹਨੇ ਪਾਤਸ਼ਾਹੀ ਕਿੱਡੀ ਵੱਡੀ, ਕਿੰਨੀ ਕੁ ਚੜ੍ਹਦੀ ਕਲਾ ਦੱਸੀ ਹੋਈ ਹੈ ਕਿ ਘੋੜੇ ਦੀ ਪੂਰੀ ਕਾਠੀ ਦਾ ਤੇ ਜ਼ਿਕਰ ਹੀ ਨਹੀਂ ਕੀਤਾ। ਜਿਸ ਹਿੱਸੇ ਨੂੰ ਫੜ ਕੇ ਘੋੜੇ ਉੱਤੇ ਚੜਿਆ ਜਾਂਦਾ ਹੈ, ਕਾਠੀ ਦਾ ਅਗਲਾ ਹਿੱਸਾ, ਉਹਨੂੰ ਹਨੇ ਕਹਿੰਦੇ ਆ। ਕਹਿੰਦੇ ਜੇ ਉਹਨਾਂ ਨੂੰ ਇਹ ਵੀ ਮਿਲ ਜਾਣ ਤਾਂ ਵੀ ਇਹ ਪਾਤਸ਼ਾਹ ਨੇ, ਤਾਂ ਵੀ ਕਹਿੰਦੇ ਹਮਰਾਖਤ ਪਾਤਸ਼ਾਹੀ ਦਾ ਵਾ। ਇਹ ਉਸ ਰਸਤੇ 'ਤੇ ਚੱਲੇ ਨੇ ਜਿਹੜੇ ਕਦੀ ਭਿੱਖ ਨਹੀਂ ਮੰਗਦੇ, ਜਿਹੜੇ ਕਦੀ ਕਿਸੇ ਅੱਗੇ ਹੁਣੇ ਅੱਗੇ ਹੀ ਆਏਗਾ। ਸਾਰਾ ਇਤਿਹਾਸ ਸਿੱਖ ਜਗਤ ਦਾ ਇਹ 4 ਪੌੜੀਆਂ ਸਮੇਟ ਕੇ ਬੈਠੀਆਂ ਨੇ। ਸਾਰਾ ਇਤਿਹਾਸ। ਸੀਸ ਮੰਗਿਆ, ਸੀਸ ਦਿੱਤਾ, ਸ਼ੰਕਾ ਨਹੀਂ ਕੀਤੀ। ਅੱਗੇ ਫਿਰ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਸਾਹਿਬ ਤੁਸੀਂ ਗੜੀ ਛੋੜ ਕੇ ਜਾਓ। ਫਿਰ ਗੁਰੂ ਵੀ ਸ਼ੰਕਾ ਨਹੀਂ ਕਰਦਾ, ਜਿਹੜਾ ਗੁਰੂ ਦੀ ਮੰਨ ਲੈਂਦਾ ਫਿਰ ਗੁਰੂ ਵੀ ਉਹਦੀ ਮੰਨਦਾ। ਇਹ ਪੌੜੀਆਂ ਕਹਿ ਰਹੀਆਂ ਨੇ ਕਿ ਐਡੀ ਤਾਕਤ ਹੈ ਕਿ ਜਿਹਦੇ ਅੰਦਰ ਸੁਰਤ ਮਤ ਮਨ ਬੁੱਧ ਵਾਲੀ ਅਵਸਥਾ ਆ ਗਈ, ਮੰਨੈ ਮਗ ਨਾ ਚੱਲੈ ਪੰਥ। ਉਹ ਦੁਨੀਆ ਵਾਲੇ ਰਸਤੇ 'ਤੇ ਨਹੀਂ ਤੁਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਲ ਜਿਹੜੇ ਰੰਗੜ ਰਹਿੰਦੇ ਸਨ, ਉਹ ਕਾਬਲ ਤੋਂ ਆਈ ਸੰਗਤਾਂ ਦਾ ਲੁੱਟ ਕੇ ਲੈ ਗਏ ਖਜ਼ਾਨਾ ਰਸਤੇ ਤੋਂ ਹੀ। ਕਾਬਲ ਦੀਆਂ ਸੰਗਤਾਂ ਪਹੁੰਚੀਆਂ, ਉਹਨਾਂ ਨੇ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਤੇ ਸਿੱਖ ਉਹਨਾਂ ਦੀਆਂ ਧੀਆਂ ਨੂੰ ਵੀ ਚੱਕ ਲਿਆਏ। ਤੇ ਉਹ ਕਹਿੰਦੇ, ਮਹਾਰਾਜ ਕਹਿੰਦੇ ਇਹ ਕੀ? ਕਹਿੰਦੇ ਸਗਲ ਤੁਰਕ ਭੋਗੈ ਹਿੰਦੂਵਾਣੀ। ਮਹਾਰਾਜ ਕਹਿੰਦੇ ਤੁਰਕ ਇੱਥੇ ਆਉਂਦੇ ਆ ਤੇ ਹਿੰਦੂਵਾਣੀਆਂ ਨੂੰ ਲੈ ਕੇ ਚੱਕ ਕੇ ਲੈ ਕੇ ਜਾਂਦੇ ਤੇ ਨਿਕਾਹ ਕਰਾਉਂਦੇ ਆ, ਭੋਗਦੇ ਫਿਰਦੇ ਆ। ਜੇ ਫਿਰ ਅਸੀਂ ਕਿਉਂ ਨਾ ਕਰੀਏ? ਮਹਾਰਾਜ ਕਹਿੰਦੇ ਮਗ ਨਾ ਚੱਲੈ ਪੰਥ। ਮੈਂ ਤੁਹਾਨੂੰ ਉਸ ਰਸਤੇ 'ਤੇ ਨਹੀਂ ਤੋਰਨਾ ਚਾਹੁੰਦਾ ਜਿਸ ਰਸਤੇ 'ਤੇ ਦੁਨੀਆ ਤੁਰੀ ਹੋਈ ਹੈ। ਕਹਿੰਦੇ ਹਮਲੇ ਜਾਨੋ ਪੰਥ ਉਚੇਰੇ। ਤੁਹਾਡੇ ਲਈ ਉਹ ਰਸਤਾ ਨਹੀਂ ਹੈ ਜਿਹੜਾ ਰਸਤਾ ਦੁਨੀਆ ਤੁਰਦੀ ਹੈ ਤੇ ਤੁਸੀਂ ਕਹੋ ਅਸੀਂ ਵੀ ਤੁਰੀਏ। ਕਿ ਕਿਉਂਕਿ ਗੁਰੂ ਸਾਹਿਬ ਬੋਲੇ ਨਾ ਕਿ ਇਹ ਬਿਦ ਗੁਰੂ ਗੋਬਿੰਦ ਸਿੰਘ ਬੋਲੇ ਉਸ ਬੇਰੇ, ਹਮਲੇ ਜਾਨੋ ਪੰਥ ਉਚੇਰੇ, ਮੰਨੈ ਮਗ ਨਾ ਚੱਲੈ ਪੰਥ। ਉਸ ਰਸਤੇ 'ਤੇ ਉਹ ਰਸਤਾ ਨਹੀਂ ਬਣਾ ਸਕਦਾ ਗੁਰੂ ਕਾ ਸਿੱਖ ਜਿਹੜਾ ਰਸਤਾ ਪਹਿਲਾਂ ਹੀ ਤੁਰਿਆ ਹੋਇਆ, ਕੋਈ ਤੀਰਥਾਂ ਵਾਲਾ, ਕੋਈ ਵਰਤਾਂ ਵਾਲਾ, ਕੋਈ ਨੇਮ ਵਾਲਾ। ਅੱਜ ਬੁੱਧਵਾਰ ਹੈ, ਅੱਜ ਜੀ ਵੀਰਵਾਰ ਹੈ, ਅੱਜ ਜੀ ਕੱਪੜੇ ਨਹੀਂ ਧੋਣੇ, ਅੱਜ ਜੀ ਸਿਰ ਨਹੀਂ ਧੋਣਾ, ਅੱਜ ਫਲਾਣਾ ਵਹਿਮ ਨਹੀਂ ਕਰਨਾ, ਅੱਜ ਪੂਰਨਮਾਸ਼ੀ ਹੈ, ਅੱਜ ਮੱਸਿਆ। ਇਹ ਸਾਰੇ ਮਗ, ਇਹ ਸਾਰੇ ਰਸਤੇ ਇਹ ਰੋਕਣ ਵਾਲੇ ਨੇ। ਇਸ ਰਸਤੇ 'ਤੇ ਨਹੀਂ ਤੁਰਨਾ। ਰਸਤਾ ਕਿਹੜਾ? ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਿਆ ਸੁਖ ਕਰੇ ਸੁਖਦਾਤਾ ਹਮ ਲਾਵੈ। ਇਹਨੂੰ ਮਹਾਰਾਜ ਕਹਿੰਦੇ ਮੰਨੈ, ਮੰਨਣ ਵਾਲਾ। ਮਗ ਵੈਸੇ ਪੁੱਠਾ ਰਸਤਾ ਵੀ ਕਿਹਾ, ਪਰ ਮਗ ਦਾ ਮਤਲਬ ਜਿਹੜੇ ਰਸਤੇ ਪਹਿਲਾਂ ਧਰਮਾਂ ਦੇ ਤੁਰੇ ਹੋਏ ਸਨ। ਮਗ ਨਾ ਚੱਲੈ ਪੰਥ, ਉਹਦੇ ਉੱਤੇ ਉਹ ਰਸਤਾ ਨਹੀਂ ਬਣਾਉਂਦਾ ਗੁਰੂ ਕਾ ਸਿੱਖ ਜਿਹੜਾ ਮੰਨ ਲੈਂਦਾ ਹੈ। ਮੰਨੈ, ਫਿਰ ਉਹ ਕਿਹੜੇ ਰਸਤੇ ਤੁਰਦਾ ਹੈ? ਸਵਾਲ ਇਹ ਹੈ। ਮਹਾਰਾਜ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ। ਉਹ ਉਸ ਰਸਤੇ 'ਤੇ ਤੁਰਦਾ ਜਿਹਦੇ ਨਾਲ ਸਿੱਧਾ ਧਰਮ ਦਾ ਸੰਬੰਧ ਹੁੰਦਾ। ਕਿਹੜਾ? ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ। ਇੱਕ ਨਾਮ ਜਪਦਾ ਹੈ ਤੇ ਇੱਕ ਕਰਮ ਨਿਰਮਲ ਕਰਦਾ ਹੈ, ਉਹ ਉਸ ਰਸਤੇ 'ਤੇ ਤੁਰਦਾ ਹੈ। ਇਹ ਰਸਤਾ ਗੁਰੂ ਕੇ ਸਿੱਖ ਦਾ ਮੰਨਣ ਵਾਲਿਆਂ ਦਾ ਹੈ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਇਹ ਫਿਰ ਨਾਮ ਨਿਰੰਜਨ ਮਾਇਆ ਤੋਂ ਨਿਰਲੇਪ ਹੈ। ਮਾਇਆ ਵਿੱਚ ਕਿਵੇਂ ਬਿਆਨ ਕਰੀਏ? ਹਾਂ, ਜਿਹੜਾ ਇਹਨੂੰ ਜਾਣੇਗਾ, ਜਿਹੜਾ ਮੰਨੇਗਾ ਗੁਰੂ ਦੇ ਹੁਕਮ ਨੂੰ,
ਜਿਨ੍ਹਾਂ ਨੇ ਸੀਸ ਦਿੱਤੇ ਨੇ ਉਹਨਾਂ ਨੂੰ ਪਤਾ ਹੈ ਨਾ ਕਿ ਗੁਰੂ ਨੇ ਸੀਸ ਕਿਵੇਂ ਵੱਢਿਆ ਸੀ। ਅਸੀਂ ਕਿਆਸਾਂ ਲਾਈ ਜਾਂਦੇ ਹਾਂ ਜੀ, ਬੱਕਰੇ ਝਟਕਾਏ, ਇਹ ਕੀਤਾ, ਉਹ ਕੀਤਾ, ਫਲਾਣਾ ਕੀਤਾ। ਸਰਦਾਰ ਕਪੂਰ ਸਿੰਘ ਨੇ ਖਬਰਦਾਰ ਕਰਕੇ ਕਿਹਾ ਸੀ, ਹੋਸ਼ ਕਰੋ ਗੁਰੂ ਕੇ ਸਿੱਖੋ, ਸੱਚ ਦੀ ਨੀਂਵ ਰੱਖਣ ਵਾਲਾ ਗੁਰੂ ਗੋਬਿੰਦ ਸਿੰਘ ਝੂਠ ਦਾ ਸਹਾਰਾ ਲੈ ਕੇ ਕਿਵੇਂ ਰੱਖ ਸਕਦਾ ਹੈ। ਤੇ ਜਿਹੜਾ ਕੰਮ ਗੁਰੂ ਨੇ ਪਰਦੇ ਵਿੱਚ ਕੀਤਾ, ਤੁਸੀਂ ਕੌਣ ਹੁੰਦੇ ਹੋ ਗੁਰੂ ਦੇ ਤੰਬੂ ਪਾੜਨ ਵਾਲੇ? ਜੇ ਆਪ ਸੀਸ ਦਿਓ ਗੁਰੂ ਅੱਗੇ ਤੇ ਫਿਰ ਪਤਾ ਲੱਗੇਗਾ ਗੁਰੂ ਸੀਸ ਕਿਵੇਂ ਲੈਂਦਾ ਹੈ, ਕਿਵੇਂ ਫਿਰ ਮੁਰਦਿਆਂ ਨੂੰ ਵੀ ਉਹ, ਕਿਉਂਕਿ ਸਤਿਗੁਰ ਮੇਰਾ ਮਾਰਜ ਵਾਲੇ ਜੇ ਬਾਣੀ ਕਹਿੰਦੀ ਹੈ ਤੇ ਗੁਰੂ ਕਰਨ ਵਾਲਾ ਹੈ। ਤੇ ਅੰਜਨ ਵਿੱਚ ਬੈਠ ਕੇ ਅਸੀਂ ਨਿਰਅੰਜਨ ਦੀ ਪਰਿਭਾਸ਼ਾ ਕਰੀਏ, ਉਹ ਹੋ ਨਹੀਂ ਸਕਦੀ। ਅਸੀਂ ਕਰਨ ਦਾ ਯਤਨ ਕਰ ਰਹੇ ਹਾਂ, ਸ਼ੰਕਾ ਕਰਨ ਦਾ। ਗੁਰੂ ਨਾਨਕ ਸਾਹਿਬ ਸਾਡੇ ਵਰਗੇ ਸਨ, ਇਨਸਾਨ ਸਨ। ਬਾਣੀ ਇਵੇਂ ਹੈ, ਇਵੇਂ ਇਵੇਂ, ਇਹ ਕਾਵ ਰਚਨਾ ਇਹ ਤੇ ਐਵੇਂ ਹੈ, ਇਹ ਤੇ ਉਹਦੇ ਨਾਲ ਜਲੀ, ਉਹ ਤੇ ਉੱਥੇ ਵੀ ਜ਼ਿਕਰ ਹੈ। ਉਹ ਭਲਿਓ ਜੇ ਕੋ ਮਨ ਜਾਣੈ, ਮਨ ਕੋਏ ਜੇ ਜਾਣੇਗਾ ਤੇ ਤਾਂ ਪਤਾ ਲੱਗੇਗਾ। ਉਹਾਂ ਸਾਰੇ ਆਪਣੀਆਂ ਗੱਲਾਂ ਉਡਾਰੀਆਂ ਮਾਰੀ ਪੈਂਦੇ। ਇਸ ਕਰਕੇ ਅੱਗੇ ਜਾ ਕੇ ਪੜਾਂਗੇ, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਇਹ ਰੀਸ। ਪੰਛੀਆਂ ਨੂੰ ਵੇਖ ਕੇ ਮੇਰੀ ਵਰਗੀ ਕੀੜੀਆਂ ਵੀ ਕਹਿੰਦੀਆਂ ਮੈਨੂੰ ਵੀ ਖੰਭ ਲੱਗ ਜਾਣ। ਉਹ ਹਾਲ ਸਾਡਾ ਹੈ ਜੀ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਨਿਜ ਘਰ, ਜਿਹੜੀ ਅਰਦਾਸ ਅਸੀਂ ਸੋਇਲੇ ਵਿੱਚ ਵੀ ਕਰਦੇ ਹਾਂ, ਨਿਜ ਘਰ ਮਹਿਲ ਭਾਵੋ ਸੁਖ ਸਹਿਜੇ ਬੌਰ ਨਾ ਹੋਏ ਕੋ ਫੇਰਾ। ਉਹ ਮੋਕਸ਼ ਅੰਦਰ ਦੇ ਬਿਲਕੁਲ ਐਸੀ ਅਵਸਥਾ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਸੋਰਠ ਰਾਗ 'ਚ ਕਹਿੰਦੇ ਨਾ, ਜੋ ਨਰ ਦੁਖ ਮੈਂ ਦੁਖ ਨਹੀਂ ਜਾਣੈ। ਇਹ ਮੋਕਸ਼ ਦੁਆਰ ਹੈ। ਇਹ ਹੈ ਕਿ ਹਰ ਕ ਸੋਕ ਜਾ ਕੇ ਨਹੀਂ ਬੈਰੀ ਮੀਤ ਸਮਾਨ। ਇਹ ਹੈ ਮੋਕਸ਼ ਦੁਆਰ, ਜਿਹਨੂੰ ਕਿਹਾ, ਜਿਹਦੇ ਅੰਦਰ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ, ਨਿਤ ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਇਹ ਮੋਕਸ਼ ਦੁਆਰ ਹੈ ਗੁਰੂ ਕੇ ਸਿੱਖ ਦੇ ਰਸਤੇ ਦਾ, ਗੁਰੂ ਕੇ ਸਿੱਖ ਦਾ। ਮੰਨੈ ਪਾਵਹਿ ਮੋਖ ਦੁਆਰ, ਨਿਜ ਘਰ ਦੀ ਉਹ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ਜਿੱਥੇ ਅਡੋਲ ਹੈ, ਜਿੱਥੇ ਭਾਈ ਭਿਖਾਰੀ ਦੀ ਤਰ੍ਹਾਂ ਕੱਲ੍ਹ ਨੂੰ ਪੁੱਤਰ ਦੀ ਬਰਾਤ ਤੁਰਨੀ ਹੈ ਪਰ ਰਾਤੀ ਬੈਠ ਕੇ ਕਫਨ ਸੀਂਦਾ ਪਿਆ। ਪਾਵਹਿ ਮੋਖ ਦੁਆਰ, ਉਸ ਅਵਸਥਾ 'ਚ ਭਾਵੇਂ ਭਾਈ ਬੰਨੋ ਦੀ ਤਰ੍ਹਾਂ ਕਿ ਉਹ ਦੇਸੀ ਘਿਓ ਦਾ ਵਪਾਰ ਕਰਦਾ ਹੈ, ਉਹ ਇੱਕ ਟਕਾ ਨਾ ਵੱਧ ਨਾ ਘੱਟ ਗਾਹਕਾਂ ਦੇ ਨਾਲ। ਜਦ ਕੋਈ ਗੁਰੂ ਕਾ ਸਿੱਖ ਭਾਈ ਗੁਰਮੁਖ ਆਉਂਦਾ ਹੈ ਤੇ ਪੀਪੀਆਂ ਦੇ ਪੀਪੇ ਰੋੜ ਦਿੰਦਾ, ਕਿਉਂਕਿ ਉਹਦੇ ਅੰਦਰ ਮੋਕਸ਼ ਦੁਆਰਤਾ ਵਾਲਾ ਗਿਆਨ ਹੈ ਕਿ ਗੁਰੂ ਤੋਂ ਮਿਲਿਆ ਹੋਇਆ। ਮੰਨੈ ਪਰਵਾਰੈ ਸਾਧਾਰ, ਐਸੇ ਗੁਰਸਿੱਖ ਸੁਖੀ ਬਸੈ ਮੋਰੋ ਪਰਿਵਾਰਾ। ਉਹ ਆਪ ਵੀ ਤਰਦੇ ਨੇ ਤੇ ਉਹਨਾਂ ਦਾ ਪਰਿਵਾਰ ਵੀ ਸਾਧਾਰ ਸੱਚੀ ਟੇਕ ਵਾਲਾ ਹੁੰਦਾ ਹੈ। ਉਹਨਾਂ ਦਾ ਪਰਿਵਾਰ ਵੀ ਇਸ ਰਸਤੇ 'ਤੇ ਤੁਰਦਾ। ਇਹ ਨਹੀਂ ਕਿ ਆਪ ਉਸ ਰਸਤੇ, ਗੁਰੂ ਬਖਸ਼ਿਸ਼ ਕਰਦੇ ਨੇ, ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਪਰਿਵਾਰਾਂ ਨੂੰ ਵੀ ਉਹ ਤਾਰਦੇ ਨੇ, ਉਹਨਾਂ ਦੇ ਪਰਿਵਾਰ ਵੀ ਉਸ ਰਸਤੇ 'ਤੇ, ਭਾਵੇਂ ਕੋਈ ਵੀ ਹੋਏ। ਪਰਿਵਾਰ ਐਸਾ ਆਧਾਰ ਹੈ। ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਅਜੇ ਸਿੰਘ ਦਾ ਮੂੰਹ ਕੱਢ ਕੇ, ਹਿਰਦਾ ਕੱਢ ਕੇ ਉਹਦੇ ਮੂੰਹ 'ਚ ਪਾਇਆ। ਕੱਲਾ ਸੁਬੇਗ ਸਿੰਘ, ਸ਼ਹਬਾਜ਼ ਸਿੰਘ ਨਾਲ ਸ਼ਹੀਦ ਹੋਇਆ। ਪਰਿਵਾਰ ਐਸਾ ਆਧਾਰ, ਪਿਓ ਪੁੱਤਰ ਨੇ। ਸੋ ਇਹ ਸਾਰੀਆਂ ਅਵਸਥਾਵਾਂ ਨੇ ਜੀ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿਖ। ਮੰਨੈ ਤਰੈ ਤਾਰੇ, ਧਿਆਨ ਨਾਲ ਬਿਲਕੁਲ, ਐ ਤੇ ਇਹ ਦੋਨੋਂ ਦਾ ਫਰਕ ਹੈ। ਤਰੈ ਆਪ ਤਰਦਾ ਤੇ ਤਾਰੇ ਅੱਗੋਂ ਤਾਰਨ ਜੋਗਾ ਹੋ ਜਾਂਦਾ। ਗੁਰ ਸਿੱਖ, ਇਹਦੇ ਕਈ ਅਰਥ ਕੀਤੇ ਨੇ। ਗੁਰ ਸਿੱਖ ਦੇ, ਗੁਰ ਦੇ ਰਾਰੇ ਨੂੰ ਔਂਕੜ ਹੈ, ਇਸ ਕਰਕੇ ਗੁਰ ਵੱਖਰਾ ਹੈ ਆਪਣੇ ਆਪ ਦੇ ਵਿੱਚ, ਕਿ ਗੁਰੂ ਤੇ ਗੁਰੂ ਸਮਰੱਥਾ ਰੱਖਦਾ ਸਿੱਖ ਨੂੰ ਤਾਰਨ ਦੀ। ਪਹਿਲਾ ਅਰਥ ਇਹ ਹੈ। ਦੂਸਰੇ ਅਰਥ ਜਿਹੜੇ ਕੀਤੇ ਨੇ ਇਤਿਹਾਸਕਾਰਾਂ ਨੇ, ਜਾਂ ਕਾਨ ਸਿੰਘ ਨਾਭਾ ਵੀ ਲਿਖਦੇ ਨੇ, ਤੇ ਡਾਕਟਰ ਗੁਲਜ਼ਾਰ ਸਿੰਘ ਕੰਗ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਣ, ਕਮਾਲ ਦੇ ਉਹਨਾਂ ਨੇ ਟੀਕੇ ਲਿਖੇ ਨੇ, ਜਪਜੀ ਸਾਹਿਬ ਵਾਲਾ ਵੀ, ਔਰ ਜਿਹੜੇ ਅਰਥ ਕੀਤੇ ਨੇ। ਉਹਨਾਂ ਦੀ ਕਿਤਾਬ ਜਿਹੜੀ ਸ਼ਬਦ ਹੈ ਨਾ, ਉਹ ਪੜ੍ਹਨ ਵਾਲੀ ਹੈ, ਕਮਾਲ ਦੀ। ਐਸੇ ਉਦਾਹਰਣ ਉਹਨਾਂ ਨੇ ਕੀਤੇ। ਖੈਰ, ਮੰਨੈ ਤਰੈ ਤਾਰੇ ਗੁਰ ਸਿੱਖ, ਉਹ ਗੁਰੂ ਕਾ ਸਿੱਖ ਗੁਰੂ ਦੀ ਸਿੱਖਿਆ ਲੈ ਕੇ ਜਿਹੜਾ ਮੰਨ ਲੈਂਦਾ, ਆਪ ਵੀ ਤਰਦਾ ਤੇ ਗੁਰੂ ਦੀ ਸਿੱਖਿਆ ਰਾਹੀਂ ਤਾਰਨ ਜੋਗਾ ਵੀ ਹੁੰਦਾ ਹੈ। ਗੁਰ ਸਿੱਖ ਦਾ ਮਤਲਬ ਹੈ ਗੁਰੂ ਦੀ ਸਿੱਖਿਆਵਾਂ ਰਾਹੀਂ ਉਹ ਆਪ ਵੀ ਤਰਦਾ ਤੇ ਤਾਰਨ ਜੋਗਾ ਵੀ ਹੁੰਦਾ ਹੈ। ਫਿਰ ਉਹ ਭਿਖਾਰੀ ਨਹੀਂ ਰਹਿੰਦਾ ਕਦੀ ਵੀ, ਉਹ ਐਂ ਮੰਗਤਾ ਨਹੀਂ ਰਹਿੰਦਾ। ਮੰਨੈ ਨਾਨਕ ਭਵੈ ਨਾ ਭਿਖ, ਉਹ ਭਵੈ ਭਾਵ ਭਵਦਾ ਨਹੀਂ, ਭਿੱਖਾਂ ਮੰਗਣ ਵਾਲਾ। ਇਹ ਸਮਾਂ ਯਾਦ ਕਰੋ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਜੀ, ਆਹ ਗੁਰੂ ਕੇ ਸਿੱਖ ਸਾਰੇ, ਚੜ੍ਹਤ ਸਿੰਘ ਹੋਰੀ, ਆਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਸੀ, ਇਹ ਸਾਰੇ ਇਕੱਠੇ ਬੈਠੇ ਸਨ। ਸੰਧੀ ਹੋਣ ਲੱਗੀ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆਇਆ, ਇਸ ਵਕਤ ਪਾਈ ਰੱਖਿਆ।
ਅਬਦਾਲੀਆਂ ਨੂੰ ਵਕਤ ਪਾਈ ਰੱਖਿਆ, ਨਾਦਰ ਨੂੰ ਵਕਤ ਪਾਈ ਰੱਖਿਆ, ਅਬਦੁਲ ਸਮਦ ਖਾਨ ਨੂੰ, ਜ਼ਕਰੀਆ ਖਾਨ ਨੂੰ, ਮੀਰ ਮੰਨੂ ਵਰਗਿਆਂ ਨੂੰ ਵਕਤ। ਹੁਣ ਇਹਨਾਂ ਨੇ ਕੀ ਸੋਚਿਆ, ਕਹਿੰਦੇ ਇੱਕ ਕੰਮ ਕਰੀਏ ਕਿ ਇਹਨਾਂ ਨੂੰ ਕਹੀਏ ਕਿ ਪਾਤਸ਼ਾਹੀ ਬਾਦਸ਼ਾਹ ਇਹਨੂੰ ਮੁਗਲ ਸਲਤਨਤ ਨੂੰ ਰਹਿਣ ਦਿਓ, ਤੁਸੀਂ ਆਪਣੀਆਂ ਆਪਣੀਆਂ ਸਲਤਨਤ ਲਓ ਅਤੇ ਆਪਣਾ ਤੁਸੀਂ ਜੋ ਤੁਸੀਂ ਤੂਤੀ ਵਜਾਣੀਆਂ ਵਜਾਓ, ਸਾਡੀ ਜਾਨ ਨਾ ਖਾਓ। ਕਹਿੰਦੇ ਤੁਹਾਨੂੰ ਮੁਕਾਉਣ ਦਾ ਯਤਨ ਕੀਤਾ, ਤੁਸੀਂ ਮੁੱਕਦੇ ਹੀ ਨਹੀਂ ਹੋ। ਕਿਹੜੀ ਮਿੱਟੀ ਦਾ ਬਣਾਇਆ ਤੁਹਾਨੂੰ ਤੁਹਾਡੇ ਗੁਰੂ ਨੇ? ਕੀ ਤੁਸੀਂ ਲੈ ਕੇ ਬੈਠੇ ਹੋ ਆਪਣੇ ਅੰਦਰ ਕਿ ਕਿੰਨਾ ਕੁ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉ ਜਿਉ ਮੰਨੂ ਵੱਢਦਾ ਅਸੀਂ ਦੂਣ ਸਵਾਈ ਹੋਏ। ਵੱਢਣ ਦਾ ਖਤਮ। ਕਹਿੰਦੇ ਸੰਧੀ ਹੋਈ ਸੀ, ਇਹ ਬੈਠੇ ਸਨ ਅਤੇ ਉਹ ਮੁਗਲਿਆਂ ਦੇ ਭੇਜਿਆ ਹੋਇਆ ਵੀ, ਅਤੇ ਇੱਥੋਂ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਚੜਤ ਸਿੰਘ, ਬਘੇਲ ਸਿੰਘ, ਇਹ ਬੈਠੇ ਸਨ। ਉਹ ਥਾਲ ਲੈ ਕੇ ਆਏ ਵੱਡੀਆਂ ਵੱਡੀਆਂ। ਉਹਨਾਂ ਨੇ ਥਾਲਾਂ ਐਂ ਪਰਦੇ ਚੱਕੇ ਅਤੇ ਸਾਹਮਣੇ ਐਂ ਰੱਖੇ ਟੇਬਲ 'ਤੇ। ਮੇਵੇ ਸਨ, ਬਦਾਮ ਸਨ, ਖਜੂਰ ਸਨ, ਨੇਜੇ ਸਨ ਅਰਬ ਦੇਸ਼ ਤੋਂ ਜੀ ਜਿਹੜੇ ਡਰਾਈ ਫਰੂਟ। ਉਹ ਕਹਿੰਦੇ ਜੀ ਲੋ ਖਾਓ ਅਤੇ ਅਸੀਂ ਗੱਲ ਕਰਦੇ ਹਾਂ ਫਿਰ। ਅਤੇ ਜਿਹੜੇ ਸਾਹਮਣੇ ਬੈਠੇ ਸਨ ਨਾ ਜੱਸਾ ਸਿੰਘ ਵਰਗੇ, ਚੜਤ ਸਿੰਘ ਵਰਗੇ, ਉਹਨਾਂ ਨੇ ਉਹ ਥਾਲ ਪਿੱਛੇ ਕੀਤਾ ਅਤੇ ਆਪਣੇ ਬੋਝਿਆਂ ਵਿੱਚੋਂ ਭੁੱਜੇ ਹੋਏ ਛੋਲੇ ਕੱਢੇ। ਕਹਿੰਦੇ ਤੁਹਾਡਾ ਖਾ ਕੇ ਅਸੀਂ ਤੁਹਾਡੀ ਗੁਲਾਮੀ ਕਬੂਲ ਕਰਾਂਗੇ, ਇੱਥੇ ਬੈਠਿਆਂ ਖਾਵਾਂਗੇ ਵੀ ਆਪਣਾ ਅਤੇ ਫਿਰ ਗੱਲ ਵੀ ਆਪਣੀ ਕਰਾਂਗੇ ਕਿ ਇੱਥੇ ਤੁਹਾਡੀ ਅਸੀਂ ਭਿਖਾਰੀ ਮੰਗਣ ਨਹੀਂ ਆਏ ਹਾਂ, ਹਮ ਰਾਖਤ ਪਾਤਸ਼ਾਹੀ ਦਾਵਾ। ਕਹਿੰਦੇ ਜਾਓ ਤੁਸੀਂ। ਬੜੇ ਇਸ ਤਰ੍ਹਾਂ ਦੇ ਇਹ ਸਿੱਖਾਂ ਨੂੰ ਬਾਹਰੋਂ ਬੜੀਆਂ ਦੀਕਸ਼ਾ ਔਰ ਬੜਾ ਪ੍ਰੇਮ ਤੋਹਫੇ ਵੀ ਭੇਜੇ ਗਏ ਮੁਗਲਾਂ ਵੱਲੋਂ। ਉੱਥੋਂ ਜਿਹੜੇ ਅਖਰੋਟ ਭੇਜੇ, ਜਿਹੜੇ ਬਦਾਮ ਭੇਜੇ, ਜਿਹੜੇ ਇੱਥੋਂ ਗੁਰੂ ਕੇ ਸਿੱਖਾਂ ਨੇ ਉਹਨਾਂ ਥੈਲੀਆਂ ਦੇ ਵਿੱਚ ਹੀ ਆਲੂ ਭਰ ਕੇ ਵਾਪਸ ਭੇਜਤੇ। ਉਹ ਗੋਂਗਲੂ ਜਿਹਨੂੰ ਸ਼ਲਗਮ ਕਹਿੰਦੇ ਨਾਲ ਭਰ ਕੇ ਵਾਪਸ ਭੇਜਤੇ। ਕਹਿੰਦੇ ਦਾਵਾ ਸਾਡਾ ਰਹੇਗਾ, ਅਸੀਂ ਭਿਖਾਰੀ ਨਹੀਂ ਹੈਗੇ ਹਾਂ। ਇੱਥੇ ਬਾਬਾ ਬਘੇਲ ਸਿੰਘ ਨੂੰ, ਜਿਹੜਾ ਆਲਮ ਖਾਂ ਸੀ, ਉਹਦੀ ਪਤਨੀ ਨੇ ਬਾਬਾ ਬਘੇਲ ਸਿੰਘ ਨੂੰ ਕਿਹਾ ਕਿ ਮੈਂ ਤੇਰੀ ਭੈਣ ਹਾਂ। ਅਤੇ ਬਾਬਾ ਬਘੇਲ ਸਿੰਘ ਕਹਿੰਦਾ ਕਰਦੀ ਤੀ ਤੂੰ ਧੱਕਾ ਪਈਆਂ ਮੈਨੂੰ ਭੈਣ ਬਣਾ ਕੇ, ਕਿਉਂਕਿ ਭੈਣਾਂ ਅੱਗੇ ਇਹ ਗੁਰੂ ਕੇ ਸਿੱਖ ਫਿਰ ਝੁਕ ਜਾਂਦੇ ਹੈ। ਕਹਿੰਦੇ ਦੱਸ ਚਾਹੁੰਦੀ ਕੀ ਹੈ? ਕਹਿੰਦੇ ਗਲਾਲ ਕਿਲੇ ਦੇ ਅੰਦਰ ਸਾਡਾ ਰਾਜ ਰੱਖ ਦਿਓ ਅਤੇ ਬਾਕੀ ਤੁਸੀਂ ਜੋ ਮਰਜ਼ੀ ਲੈ ਲਓ, ਇੱਥੇ ਸਾਨੂੰ ਜੀ ਲੈਣ ਦਿਓ। ਅਤੇ ਬਾਬਾ ਬਘੇਲ ਸਿੰਘ ਕਹਿੰਦੇ ਲੈ ਇਹ ਵੀ ਤੈਨੂੰ ਦਿੱਤਾ ਅਤੇ ਬਾਹਰ ਵੀ ਤੈਨੂੰ ਦਿੱਤਾ, ਭਿਖਾਰੀ ਨਹੀਂ ਹੈ ਬਾਬਾ ਬਘੇਲ ਸਿੰਘ। ਜੇ ਤੂੰ ਭੈਣ ਬਣਾ ਕੇ ਕਹਿੰਦੀ ਐ ਲੈ ਲਓ, ਇਹ ਭਿਖਾਰੀ ਨਹੀਂ, ਇਹ ਤਾਂ ਬਿੱਲੀ ਮਾਰੀ ਦਿੱਲੀ ਮਾਰੀ ਹੈ। ਕਹਿੰਦੇ ਫਿਰ ਕਹਿੰਦੇ ਮੈਂ ਜਿੰਨਾ ਚਿਰ ਇੱਥੇ ਰਵਾਂਗੇ ਗੁਰੂ ਕੇ ਸਥਾਨ ਬਣਾ ਕੇ ਜਾਵਾਂਗਾ, ਉਹ ਸਾਡਾ ਰਾਜ ਹੋਏਗਾ ਰਹਿੰਦੀ ਧਰਤੀ ਤੱਕ। ਰਾਜ ਨੂੰ ਠੋਕਰ ਮਾਰੀ ਹੈ। ਇਹ ਹੈ ਕੋ ਹਰ ਸਮਾਨ ਨਹੀਂ, ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ। ਅੱਜ ਸਾਡੇ ਪੰਜਾਬ ਨੂੰ ਅੱਜ ਸਾਨੂੰ ਪੰਜਾਬੀ ਬਣਾਤਾ ਗਿਆ। ਪੰਜਾਬੀ ਕੋਈ ਕੌਮ ਨਹੀਂ ਹੈ, ਕੌਮ ਸਿੱਖ ਹੈ। ਅਸੀਂ ਗਲੀਆਂ ਦੀ ਨਾਲੀਆਂ ਪਿੱਛੇ ਕਿ ਨਾਲੀਆਂ ਬਣ ਜਾਣ, ਨਾਲੇ ਬਣ ਜਾਣ, ਕਿ ਰਾਸ਼ਨ ਮੁਫਤ ਮਿਲ ਜੇ, 1000 ਰੁਪਇਆ ਸਾਨੂੰ। ਕਿਹੜੀ ਭਿਖਾਰੀ ਵਾਲੀ ਬਿਰਤੀ 'ਤੇ ਅਸੀਂ ਪਹੁੰਚ ਗਏ ਆ ਕੇ ਖੜੇ ਹੋ ਗਏ ਹਾਂ? ਸੋਚਣਾ ਪਏਗਾ ਸਾਨੂੰ ਕਿੰਨੀਆਂ ਕਿਸ ਗਲਾਨੀ ਵਿੱਚ ਅਸੀਂ ਪੈ ਗਏ ਹਾਂ ਜਿੱਥੋਂ ਸਤਿਗੁਰੂ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ। ਅੱਜ ਅਸੀਂ 1000 ਪਿੱਛੇ ਹਾੜੇ ਕੱਢਦੇ ਪਏ ਹਾਂ। ਹਰ ਚੀਜ਼ ਦੀ ਮੁਫਤ ਗਾਰੀ ਮਿਲ ਜਾਏ ਸਾਨੂੰ, ਬਿਜਲੀ ਦੀ ਇੰਨੀ ਯੂਨਿਟ ਮੁਫਤ। ਇਹ ਅਸੀਂ ਸੋਚੀਏ ਕਿੱਥੇ ਗਿਲਾਨੀ ਤੱਕ ਆ ਗਏ ਹਾਂ। ਫਿਰ ਸਾਡੇ ਉੱਤੇ ਠੱਪਾ ਪੰਜਾਬੀਆਂ ਦਾ ਲਾਤਾ ਗਿਆ, ਜਿੱਥੋਂ ਗੁਰੂ ਸਾਹਿਬ ਨੇ ਇਹ ਪੰਜਾਬੀ ਦੀ ਗਫਲਤ ਤੋਂ ਕੱਢ ਕੇ ਇਹ ਮਾਂ ਭੈਣ ਦੀਆਂ ਭੈੜੀਆਂ ਗਾਲਾਂ ਤੋਂ, ਆ ਗਿੱਧੇ ਭੰਗੜੇ ਵਾਲੇ ਕਲਚਰ ਤੋਂ ਕੱਢ ਕੇ ਸਤਿਗੁਰੂ ਜੀ ਨੇ ਇੱਕ ਸਿੱਖ ਕਲਚਰ ਦਿੱਤਾ ਸੀ ਸਾਨੂੰ, ਜਿਹੜਾ ਨਰੋਇਆ ਸੀ ਪਾਤਸ਼ਾਹੀ ਦਾਵੇ ਵਾਲਾ। ਫਿਰ ਅਸੀਂ ਇਸ ਭਿੱਖ ਦੇ ਦਲਦਲ ਦੇ ਵਿੱਚ ਡਿਰ ਗਏ ਹਾਂ। ਕਿਉਂਕਿ ਗੁਰੂ ਦੀ ਗੱਲ ਮੰਨਣੀ ਨਹੀਂ। ਜਿਹੜੀ ਸ਼ੰਕਾ ਉਹਨਾਂ ਲੋਕਾਂ ਨੇ ਖੜੀ ਕੀਤੀ, ਅੰਗਰੇਜ਼ਾਂ ਦਾ ਇਹ ਕੰਮ ਸੀ। ਡਾਕਟਰ ਵਰਿੰਦਰ ਸਿੰਘ ਆਏ ਸਨ ਇੱਥੇ ਦੱਸਣ ਕਿ ਅੰਗਰੇਜ਼ਾਂ ਨੇ ਕੀ ਕੁਝ ਕੀਤਾ। ਸਾਡੇ ਸ਼ਸਤਰਾਂ ਨੂੰ ਲੈ ਕੇ ਟਕੇ ਦੇ ਭਾਵ 100 ਰੁਪਏ ਦਾ ਸ਼ਸਤਰ, 1 ਰੁਪਏ ਦਾ ਸ਼ਸਤਰ ਲਿਆ ਅਤੇ 6 ਰੁਪਏ ਦਾ ਜਿਹੜਾ ਕਾਇਦਾ ਸੀ ਪੰਜਾਬੀ ਦਾ, ਉਹਦਾ ਦਾਮ ਪਾਇਆ ਕਿ ਬਈ ਇੱਥੇ ਖ਼ਤਮ ਕਰੀਏ ਇਹਨਾਂ ਦੇ ਲਿਟਰੇਚਰ ਨੂੰ। ਇੱਥੋਂ ਸਾਨੂੰ ਗੁਲਾਮ ਬਣਾਇਆ ਜਾ ਰਿਹਾ। ਮੰਨੈ ਨਾਨਕ ਭਵੈ ਨਾ ਭਿਖ, ਨਾਨਕ ਲਫ਼ਜ਼ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਫਿਰ ਭਿਖਾਰੀ ਨਹੀਂ ਜਿਹੜਾ ਮੰਨ ਲੇ, ਉਹਨੂੰ ਫਿਰ ਕੋਈ ਭੁੱਖ ਨਹੀਂ। ਐਸਾ ਨਾਮ ਸਰਵਣ ਕਰੋ ਜੀ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪਰ ਇਹ ਗੱਲਾਂ ਫਿਰ ਦੂਰੋਂ ਨਹੀਂ ਦੱਸੀਆਂ ਜਾ ਸਕਦੀਆਂ। ਜਿਹਨੇ ਨਿਜ ਘਰ ਦੀ ਪ੍ਰਾਪਤੀ ਕੀਤੀ ਹੈ, ਜੇ ਕੋ ਮਨ ਜਾਣੈ ਮਨ ਕੋਏ, ਮਨ ਕਰਕੇ ਮੰਨਣ ਵਾਲੇ ਹੀ ਇਸ ਅਵਸਥਾ ਦੇ ਧਾਰਨੀ ਨੇ, ਮਾਲਕ ਨੇ। ਤਰਕ ਕਰਨ ਵਾਲੇ, ਸ਼ੰਕਾ ਕਰਨ ਵਾਲੇ ਨਿੰਦਕ ਨੇ ਗੁਰੂ ਕੇ। ਉਹ ਗੁਰੂ ਦੀ ਬਾਤ ਨੂੰ, ਗੁਰੂ ਦੇ ਸੱਚ ਨੂੰ, ਸਿਧਾਂਤ ਨੂੰ ਸਮਝ ਨਹੀਂ ਸਕਦੇ, ਕਿਉਂਕਿ ਤਤ ਨਿਰੰਜਨ ਜੋਤ ਸਭਾਈ, ਸੋਹੰਗ ਭੇਦ ਨਾ ਕੋਈ ਜੀਉ ਕਾ, ਇਹ ਸਿਧਾਂਤ ਹੈ। ਇਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਵਾਲਾ ਸਿਧਾਂਤ ਹੈ। ਸੋ ਗੁਰੂ ਅੱਗੇ ਸੀਸ ਦੇਣਾ, ਗੁਰੂ ਦੇ ਹੁਕਮ ਨੂੰ ਮੰਨਣਾ,
ਇਹ ਸਭ ਤੋਂ ਵੱਡਾ ਹੁਕਮ ਹੈ ਜੀ। ਖੰਡੇ ਬਾਟੇ ਦੀ ਪਹੁਲ ਛਕੀਏ, ਗੁਰੂ ਵਾਲੇ ਬਣੀਏ। ਸਭ ਦਾ ਧੰਨਵਾਦ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਸਮਾਂ ਮੈਂ ਵੱਧ ਲੈ ਲਿਆ, ਖਿਮਾ ਬਖਸ਼ਿਓ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।